ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਪਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਵੇਂ ਚੰਦ ਸੁਨਤ ਪ੍ਰਸੀਦੇ ਬਚਨ ਕੇ ਰਚਨਾ। ਚਿਤ ਨਿਸ਼ਚੇ ਅਤ ਹੀਰਾ। ਮੀਰ ਅਡੋਲ ਬਾਤ ਤੇ ਜਸ ਬਿਦ ਤਸ ਬਿਦ ਹੋਏ ਮਨ ਤੇਰਾ। ਬੇਮੁਖਤਾ ਨਿਸ ਭਰਮ ਮਯੰਕਾ। ਦੁਖ ਦਾਰਦ ਉਡਗਨ ਸੇ। ਉਰ ਨਭ ਪਾਨ ਪ੍ਰੇਮ ਪ੍ਰਕਾਸ਼ੇ। ਨਾਸੇ ਪਾਛਲ ਗਿਨ ਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਰਜੋਈ ਕਰਨ ਲਈ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਲਈ ਹਾਜ਼ਰੀਆਂ ਭਰ ਰਹੀਆਂ ਨੇ ਕਿ ਮਹਾਰਾਜ ਸਾਡੀ ਜ਼ਿੰਦਗੀ ਦਾ ਆਉਣ ਵਾਲਾ ਸਮਾਂ ਆਪ ਜੀ ਦੀ ਸੇਵਾ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਸੁੱਖਾਂ ਦਾ ਬਤੀਤ ਹੋਵੇ। ਜਿਤਨੀਆਂ ਵੀ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ, ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਜੀਓ ਆਇਆ ਹੈ। ਲੜੀਵਾਰ ਕਥਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਸਮਾਂ ਉਹ ਸਫਲ ਹੁੰਦਾ ਜਿਹੜਾ ਸਮਾਂ ਸਾਹਿਬ ਦੀ ਯਾਦ ਵਿੱਚ ਬੀਤੇ। ਜਿਹੜਾ ਸਮਾਂ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਬੀਤ ਜਾਂਦਾ ਹੈ, ਉਸ ਸਮੇਂ ਦੇ ਬਾਬਤ ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹੈ, ਬੀਤ ਜਾਹੈ ਜਨਮ ਅਕਾਜ ਰੇ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ। ਕਿ ਸੱਜਣਾ, ਜਿਹੜਾ ਸਮਾਂ ਤੇਰਾ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਬੀਤਦਾ ਹੈ, ਉਹ ਸਮਾਂ ਵਿਅਰਥ ਹੈ, ਫਜ਼ੂਲ ਹੈ। ਪਰ ਉਹ ਮਹੀਨੇ, ਉਹ ਦਿਨ, ਉਹ ਵਾਰ, ਉਹ ਤਿੱਥਾਂ, ਉਹ ਘੜੀਆਂ,
ਉਹ ਸਮਾਂ ਉਹ ਮਹੂਰਤ ਧਨ ਹੈ ਜਿਹੜਾ ਸਮਾਂ ਸਤਿਗੁਰਾਂ ਦੀ ਸਾਈਂ ਦੀ ਯਾਦ ਵਿੱਚ ਗੁਜ਼ਰੇ। ਆਪਾਂ ਗੁਰੂ ਚਰਨਾਂ ਚ ਅਰਦਾਸ ਇਹ ਕਰਨੀ ਹੈ, ਮਹਾਰਾਜ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਸਮੇਂ ਸੰਬੰਧੀ ਕਵਿਤਾ ਹੈ, ਬੜੀ ਸੁੰਦਰ ਕਵਿਤਾ ਲਿਖਦਿਆਂ ਕਹਿੰਦੇ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਕੱਲ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਹਰ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ। ਕਹਿੰਦੇ ਇੱਕ ਕੱਲ ਜਿਹੜੀ ਬੀਤ ਗਈ ਹੈ ਉਹ ਸਾਡੇ ਵੱਸ ਤੋਂ ਬਹੁਤ ਦੂਰ ਚਲੀ ਗਈ ਹੈ, ਹੁਣ ਉਹ ਮੁੜ ਨਹੀਂ ਆਉਣੀ। ਇੱਕ ਭਲਕਾ ਜਿਹੜਾ ਕੱਲ ਦਾ ਦਿਨ ਆਉਣਾ ਹੈ, ਭਵਿੱਖ ਜਿਹਨੂੰ ਆਪਾਂ ਕਹਾਂਗੇ, ਉਹ ਵੀ ਹਾਲੇ ਦੂਰ ਹੈ, ਸਾਡੇ ਹੱਥਾਂ ਵਿੱਚ ਨਹੀਂ ਆਇਆ। ਸਾਡੇ ਹੱਥ ਵਿੱਚ ਹੈ ਆਹ ਵਰਤਮਾਨ ਜਿਹੜਾ ਹੁਣ ਅਸੀਂ ਬੈਠੇ ਗੁਰੂ ਕੀ ਸੰਗਤ 'ਚ ਬਤੀਤ ਕਰ ਰਹੇ ਹਾਂ। ਪਰ ਮਨੁੱਖ ਆਪਣੇ ਵਰਤਮਾਨ ਨੂੰ ਬੀਤ ਚੁੱਕੇ ਸਮੇਂ ਤੇ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਬਤੀਤ ਕਰ ਦਿੰਦਾ ਹੈ। ਭਾਈ ਸਾਹਿਬ ਕਹਿੰਦੇ ਹਾਲੇ ਵੀ ਸਮਾਂ ਆਪਣੇ ਇਸ ਵਰਤਮਾਨ ਨੂੰ ਸੰਭਾਲ, ਇਹ ਰੱਬ ਦੀ ਬੰਦਗੀ ਕਰਦਿਆਂ ਪਰਮੇਸ਼ਰ ਦਾ ਰਸ ਲੈਂਦਿਆਂ ਬਤੀਤ ਹੋਵੇ। ਗੁਰੂ ਘਰ ਦੇ ਮਹਾਨ ਵੇਦ ਵਿਆਸ ਭਾਈ ਗੁਰਦਾਸ ਜੀ ਲਿਖਦੇ ਆ, ਗੁਰਸਿੱਖ ਵਰਤਮਾਨ ਵਿੱਚ ਵਰਤਦਾ। ਗੁਰੂ ਕਾ ਸਿੱਖ ਵਰਤਮਾਨ ਦੇ ਸਮੇਂ ਦੀ ਸੰਭਾਲ ਕਰਦਾ ਹੈ ਔਰ ਵਰਤਮਾਨ ਦੇ ਵਿੱਚ ਵਰਤਣਾ ਜੀਵਦਾ ਹੈ। ਅਸੀਂ ਆਪਣਾ ਵਰਤਮਾਨ ਸੰਭਾਲ ਲਈਏ ਤੇ ਆਉਣ ਵਾਲਾ ਸਮਾਂ ਭਵਿੱਖ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਬਤੀਤ ਹੁੰਦਾ ਹੈ। ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਭਾਈ ਸਾਹਿਬ ਭਾਈ ਬਾਲਾ ਜੀ ਬੈਠੇ ਹਨ। ਗੁਰਦੇਵ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਮਹਾਰਾਜ ਮੈਨੂੰ 2 ਵਾਰ ਚਾਹੀਦੇ ਨੇ ਤੁਹਾਡੇ ਚਰਨਾਂ 'ਚੋਂ, ਕਿਰਪਾ ਕਰੋ ਇਹ 2 ਵਾਰ ਮੈਨੂੰ ਬਖਸ਼ਿਓ। ਇਹ ਵਾਰ ਆਪਾਂ ਸਾਰਿਆਂ ਨੇ ਮੰਗਣੇ ਆ ਗੁਰੂ ਨਾਨਕ ਸਾਹਿਬ ਕੋਲੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਅੱਜ ਸਵੇਰ ਤੋਂ ਬੜੇ ਸੁੱਖ ਮੰਗੇ ਆ ਸਤਿਗੁਰਾਂ ਕੋਲੋਂ, ਬੜੇ ਪਦਾਰਥ ਮੰਗੇ ਆ, ਮੰਗ ਰਹੇ ਆ, ਅੱਗੇ ਵੀ ਮੰਗਾਂਗੇ। ਪਰ ਭਾਈ ਬਾਲਾ ਜੀ ਨੇ ਜਿਹੜੇ 2 ਵਾਰ ਮੰਗੇ ਆ ਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ, ਇਹ 2 ਵਾਰ ਸਾਡੇ ਸਾਰਿਆਂ ਦੇ ਪ੍ਰਾਣਾਂ ਦੀ ਟੇਕ ਬਣ ਜਾਵੇ ਤੇ ਇਹ ਵਾਰ ਅਸੀਂ ਵੀ ਗੁਰੂ ਬਾਬੇ ਦੇ ਚਰਨਾਂ 'ਚੋਂ ਮੰਗਣੇ। ਉਹ 2 ਵਾਰ ਕਿਹੜੇ ਮੰਗੇ ਆ ਭਾਈ ਬਾਲਾ ਜੀ ਨੇ? ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਇਹ ਵਰ ਦਿਓ ਕਿ ਮੇਰੇ ਚਿੱਤ ਵਿੱਚੋਂ ਕਦੇ ਤੁਹਾਡਾ ਨਾਮ ਤੇ ਪਰਮੇਸ਼ਰ ਦਾ ਸਿਮਰਨ ਨਾ ਵਿਸਰੇ। ਦੂਜਾ ਵਰ ਇਹ ਦਿਓ ਮਹਾਰਾਜ, ਬੜੇ ਲੋਕ ਨੇ ਜਿਹੜੇ ਤੁਹਾਨੂੰ ਕੁਰਾਈਆ ਦੱਸਦੇ ਐ, ਬੜੇ ਨੇ ਜਿਹੜੇ ਤੁਹਾਡੀ ਨਿੰਦਾ ਵੀ ਕਰਦੇ ਐ। ਮਹਾਰਾਜ ਉਹਨਾਂ ਲੋਕਾਂ ਕੋਲੋਂ ਜਦੋਂ ਮੈਂ ਤੁਹਾਡੇ ਬਾਬਤ ਏਦਾਂ ਦੇ ਸ਼ਬਦ ਸੁਣਾ, ਤੁਹਾਡੇ ਨਾਲ ਰਹਿ ਕੇ ਤੁਹਾਡੇ ਕੌਤਕ ਵੇਖਾਂ, ਮੇਰੇ ਤੇ ਕਿਰਪਾ ਕਰਿਓ ਕਿ ਤੁਹਾਡੀ ਇਹ ਸਾਰੀ ਖੇਡ ਨੂੰ ਵੇਖ ਕੇ ਸੁਣ ਕੇ ਕਦੇ ਮੇਰਾ ਮਨ ਭਰਮ ਵਿੱਚ ਨਾ ਆਵੇ, ਕਦੇ ਮਨ ਡਾਵਾਂ ਡੋਲ ਨਾ ਹੋਵੇ। ਇਹ ਦੂਜਾ ਵਾਰ ਕਿਰਪਾ ਕਰਕੇ ਮੈਨੂੰ ਬਖਸ਼ੋ। ਭਾਈ ਬਾਲਾ ਜੀ ਨੇ ਜਦੋਂ ਇਉਂ ਸਤਿਗੁਰਾਂ ਦੇ ਚਰਨਾਂ 'ਚੋਂ ਇਹ 2 ਵਾਰ ਮੰਗੇ ਐ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਵਰ ਬਖਸ਼ ਰਹੇ ਨੇ। ਆਓ ਗੁਰੂ ਕੀ ਸਾਰੀ ਸਾਜੀ ਨਿਵਾਜੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਚਰਨਾਂ ਨਾਲ ਜੋੜੀਏ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਵਿਆ ਚੰਦ ਸੁਨਤ ਪ੍ਰਸੀਦੇ ਬਚਨ ਕੇ ਰਚਨਾ, ਚਿਤ ਨਿਸ਼ਚੇ ਅਤ ਹੀਰਾ। ਜਦੋਂ ਭਾਈ ਬਾਲਾ ਜੀ ਨੇ ਪ੍ਰੇਮ ਸਹਿਤ ਸਤਿਗੁਰਾਂ ਨੂੰ ਬੇਨਤੀ ਕਰਕੇ ਇਹ 2 ਮੰਗਾਂ, ਇਹ 2 ਕਾਮਨਾਵਾਂ ਸਤਿਗੁਰਾਂ ਦੇ ਚਰਨਾਂ 'ਚੋਂ ਮੰਗੀਆਂ, ਸੁਣ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਵੱਡਿਆਂ ਕੋਲੋਂ ਵੱਡੀ ਮੰਗ ਮੰਗਣੀ ਚਾਹੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡੇ ਕੋਲੋਂ ਵੱਡੀ ਦਾਤ ਮੰਗੀਏ ਨਾ, ਤੇ ਵੱਡੀ ਦਾਤ ਮੰਗੀ ਹੈ ਭਾਈ ਬਾਲਾ ਜੀ ਨੇ।
ਬੇਨਤੀ ਕੀਤੀ ਜਦੋਂ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਿਰਪਾ ਦੇ ਘਰ ਵਿੱਚ ਆਏ ਤੇ ਪ੍ਰਸੰਨ ਹੋ ਕੇ ਪਾਤਸ਼ਾਹ ਨੇ ਨਿਸ਼ਚਾ ਵੇਖਿਆ ਭਾਈ ਬਾਲਾ ਜੀ ਦੇ ਅੰਦਰ ਦਾ। ਮੀਰ ਅਡੋਲ ਬਾਤ ਤੇ ਜਸ ਬਿਦ, ਤਸ ਬਿਦ ਹੋਏ ਮਨ ਤੇਰਾ। ਪਾਤਸ਼ਾਹ ਕਹਿੰਦੇ ਵਰ ਹੋਇਆ ਸਾਡਾ ਇਹ ਤੇ ਤੁਹਾਨੂੰ ਭਾਈ ਬਾਲਾ ਜੀ, ਤੁਹਾਡੀ ਇਹ ਕਾਮਨਾ ਪੂਰੀ ਹੋਈ। ਤੁਹਾਡਾ ਹਿਰਦਾ ਇਸ ਤਰ੍ਹਾਂ ਅਡੋਲ ਰਹੇਗਾ ਜਿਵੇਂ ਸੁਮੇਰ ਪਰਬਤ ਅਡੋਲ ਹੁੰਦਾ ਹੈ। ਸੁਮੇਰ ਪਰਬਤ ਲੱਖ ਹਵਾ ਚੱਲੇ, ਹਨੇਰੀ ਚੱਲੇ, ਝੱਖੜ ਚੱਲੇ, ਸੁਮੇਰ ਪਰਬਤ ਕਦੇ ਡਾਵਾਂਡੋਲ ਨਹੀਂ ਹੁੰਦਾ। ਇਉਂ ਭਾਈ ਬਾਲਾ ਜੀ ਕੋਈ ਲੱਖ ਗੱਲਾਂ ਕਰੇ ਕਿੰਤੂ ਕਰੇ ਕੁਝ ਕਹੇ, ਤੁਹਾਡਾ ਮਨ ਸੁਮੇਰ ਵਾਂਗੂ ਅਡੋਲ ਰਹੇਗਾ, ਕਦੇ ਵੀ ਡਾਵਾਂਡੋਲ ਨਹੀਂ ਹੋਵੇਗਾ। ਸਤਿ ਸ੍ਰੀ ਅਕਾਲ। ਤਸ ਬਿਦ ਹੁਬ ਮਨ ਤੇਰਾ, ਇਸ ਤਰ੍ਹਾਂ ਦਾ ਮਨ ਹੋਵੇਗਾ ਤੁਹਾਡਾ ਜਿਵੇਂ ਸੁਮੇਰ ਪਰਬਤ ਹੈ। ਬੇਮੁਖਤਾ ਨਿਸ ਭਰਮ ਮਿਅੰਕਾ, ਦੁਖ ਦਾਰਿਦ ਉਡਗਨ ਸੇ। ਕਹਿੰਦੇ ਜਿਹੜੀ ਬੇਮੁਖਤਾ ਦੀ ਹਨੇਰੀ ਰਾਤ ਹੈ, ਜਿਵੇਂ ਰਾਤ ਵਿੱਚ ਹਨੇਰਾ ਹੁੰਦਾ, ਕਹਿੰਦੇ ਏਦਾਂ ਬੇਮੁਖਤਾ ਦੀ ਹਨੇਰੀ ਰਾਤ ਜਿਹਦੇ ਵਿੱਚ ਦੁੱਖਾਂ ਰੂਪੀ ਚੰਦਰਮਾ ਔਰ ਦਲਿੱਦਰ ਰੂਪੀ ਤਾਰੇ ਚੜੇ ਹੋਏ ਨੇ। ਔਰ ਨਭ ਪਾਨ ਪ੍ਰੇਮ ਪ੍ਰਕਾਸ਼ੇ, ਨਾਸੇ ਪਾਚਲ ਗਿਨ ਸੇ। ਹੁਣ ਹਨੇਰੇ ਨੂੰ, ਚੰਦਰਮਾ ਨੂੰ ਤੇ ਤਾਰਿਆਂ ਨੂੰ ਦੂਰ ਕੌਣ ਕਰਦਾ? ਸੂਰਜ ਦਾ ਪ੍ਰਕਾਸ਼। ਕਹਿੰਦੇ ਜਿਹੜਾ ਜੀਵ ਦੇ ਅੰਦਰ, ਤੁਹਾਡੇ ਅੰਦਰ ਜਾਂ ਸੰਸਾਰ ਦੇ ਜੀਵਾਂ ਦੇ ਅੰਦਰ ਬੇਮੁਖਤਾ ਦਾ ਹਨੇਰਾ ਹੈ, ਜਾਂ ਫਿਰ ਭਰਮ ਰੂਪੀ ਚੰਦਰਮਾ ਚੜਿਆ ਹੋਇਆ ਤੇ ਦੁੱਖ ਤੇ ਦਲਿੱਦਰ ਰੂਪੀ ਜਿਹੜੇ ਤਾਰੇ ਨੇ, ਉਹ ਇਉਂ ਦੂਰ ਹੋਣਗੇ ਜਿਵੇਂ ਸੂਰਜ ਚੜ੍ਹਦਿਆਂ ਦੂਰ ਹੋ ਜਾਂਦੇ ਨੇ। ਤੁਹਾਡੇ ਹਿਰਦੇ 'ਚ ਜਿਹੜਾ ਸਾਡੇ ਪ੍ਰੇਮ ਦਾ ਸੂਰਜ ਚੜ੍ਹੇਗਾ, ਉਸ ਪ੍ਰੇਮ ਦੇ ਸੂਰਜ ਦੇ ਪ੍ਰਕਾਸ਼ਣ ਨਾਲ ਇਹ ਸਾਰਾ ਕੁਝ ਦੂਰ ਹੋ ਜਾਏਗਾ। ਨਾ ਭਰਮ ਰੂਪੀ ਚੰਦਰਮਾ ਰਹੇਗਾ, ਨਾ ਦੁੱਖਾਂ ਤੇ ਦਲਿੱਦਰ ਰੂਪੀ ਤਾਰੇ ਰਹਿਣਗੇ, ਤੇ ਨਾ ਹੀ ਬੇਮੁਖਤਾ ਰੂਪੀ ਹਨੇਰੀ ਰਾਤ ਰਹੇਗੀ। ਹੋਵੇ ਤਵ ਉਰ ਸਰਵਰ ਕੇ ਸਰ, ਹਰ ਕੀਰਤ ਹਰ ਬਿੰਦਾ। ਫਿਰ ਦੂਜਾ ਵਰ ਮੰਗਿਆ ਸੀ ਕਿ ਮੇਰੇ ਹਿਰਦੇ ਚੋਂ ਕਦੇ ਸਹਿਬ ਨਾ ਵਿਸਰੇ, ਤੇ ਫਿਰ ਮਹਾਰਾਜ ਜੀ ਦੂਜਾ ਵਰ ਦਿੰਦੇ ਐ। ਕਹਿੰਦੇ ਭਾਈ ਬਾਲਾ ਜੀ, ਤੁਹਾਡਾ ਹਿਰਦਾ ਸਰੋਵਰ ਬਣੇਗਾ, ਔਰ ਉਸ ਹਿਰਦੇ ਰੂਪੀ ਸਰੋਵਰ ਵਿੱਚ ਪਰਮੇਸ਼ਰ ਦੀ ਕੀਰਤੀ ਉਹ ਕਮਲ ਦਾ ਫੁੱਲ ਬਣ ਕੇ ਖਿੜੀ ਰਹੇਗੀ। ਜਿਵੇਂ ਸਰੋਵਰ 'ਚ ਕਮਲ ਦਾ ਫੁੱਲ ਖਿੜਦਾ ਹੈ, ਇਉਂ ਤੁਹਾਡੇ ਹਿਰਦੇ ਰੂਪੀ ਸਰੋਵਰ ਵਿੱਚ ਹਰੀ ਦੀ ਕੀਰਤੀ ਕਮਲ ਦੇ ਫੁੱਲ ਵਾਂਗੂ ਖਿੜੀ ਰਹੇਗੀ। ਕਿਸੇ ਆਖਿਆ ਵੀ ਕਮਲ ਦਾ ਫੁੱਲ ਤਾਂ ਸਮਾਂ ਪਾ ਕੇ ਮੁਰਝਾ ਜਾਂਦਾ, ਪਰ ਜਗਤ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਕਮਲ ਦਾ ਫੁੱਲ, ਹਰੀ ਕੀਰਤੀ ਦਾ ਕਮਲ ਦਾ ਫੁੱਲ ਭਾਈ ਬਾਲਾ ਜੀ ਤੁਹਾਡੇ ਹਿਰਦੇ 'ਚ ਪ੍ਰਕਾਸ਼ੇਗਾ, ਉਹ ਕਦੇ ਮੁਰਝਾਏਗਾ ਨਹੀਂ। ਕਿਉਂ? ਅੱਗੇ ਦੱਸਦੇ ਹਨ। ਸਦ ਬਿਕਸੈ ਸੋਖੇ ਨੈ ਕਬੂ, ਪ੍ਰੀਤ ਵਦੇ ਮਕਰੰਦਾ। ਕਹਿੰਦੇ ਇਹ ਸਦਾ ਖਿੜਿਆ ਰਹੇਗਾ, ਔਰ ਇਹਦੇ ਵਿੱਚ ਜਿਹੜਾ ਜਲ ਹੈ ਉਹ ਕਦੇ ਸੁੱਕੇਗਾ ਨਹੀਂ। ਪ੍ਰੇਮ ਰੂਪੀ ਜਲ ਉਹ ਕਦੇ ਸੁੱਕੇਗਾ ਨਹੀਂ, ਔਰ ਤੁਹਾਡੇ ਹਿਰਦੇ 'ਚ ਪਰਮੇਸ਼ਰ ਦੀ ਪ੍ਰੀਤ ਦਾ ਮਕਰੰਦ ਉਹ ਵਧਦਾ ਚਲਿਆ ਜਾਵੇਗਾ। ਜਗ ਸਾਗਰ ਨਿੰਦਕ ਗਰ ਲਵਨੰ। ਇਹ ਜਗਤ ਸਮੁੰਦਰ ਹੈ, ਇਹਦੇ ਵਿੱਚ ਜਿਹੜੇ ਆ ਲੋਕ ਨਿੰਦਾ ਕਰਨ ਵਾਲੇ ਨੇ, ਨਿੰਦਾ ਕਰਦੇ ਆ। ਗੁਰੂ ਨਾਨਕ ਸਾਹਿਬ ਦੀ ਵੀ ਨਿੰਦਾ ਭਾਈ ਬਾਲੇ ਨੇ ਮੰਗੀ, ਮਹਾਰਾਜ ਇਹ ਨਿੰਦਕਾਂ ਕੋਲੋਂ ਤੁਹਾਡੀ ਨਿੰਦਾ ਸੁਣ ਕੇ ਮੇਰਾ ਮਨ ਨਾ ਭਰਮੇ। ਕਿਉਂਕਿ ਸੁਭਾਵਕ ਹੈ, ਜਦੋਂ ਕੋਈ ਸ਼ੰਕਾਵਾਦੀ ਸ਼ੰਕਾ ਕਰਦਾ ਹੈ, ਕਿੰਤੂ ਕਰਦਾ ਹੈ, ਤੇ ਜਿਨ੍ਹਾਂ ਦੇ ਨਿਸ਼ਚੇ ਕੱਚੇ ਹੁੰਦੇ ਆ ਉਹਨਾਂ ਅੰਦਰ ਉਸੇ ਵੇਲੇ ਕਿੰਤੂ ਪਰੰਤੂ ਪੈਦਾ ਹੋ ਜਾਂਦੇ। ਮਹਾਰਾਜ ਜੀ ਮੈਨੂੰ ਇਹ ਵਰ ਦਿਓ ਕਿ ਮੇਰੇ ਮਨ 'ਚ ਕਦੇ ਭਰਮ ਨਾ ਆਵੇ। ਮਹਾਰਾਜ ਜੀ ਕਹਿੰਦੇ ਆ ਜਿਹੜੇ ਜਗਤ ਦੇ ਲੋਕ ਨੇ ਨਿੰਦਕ, ਏਦਾਂ ਕਹਿ ਸਕਦੇ ਆ ਜਗਤ ਦੇ ਸਾਗਰ ਦੇ ਵਿੱਚ ਨਿੰਦਕ ਲੂਣ ਦੇ ਸਮਾਨ ਹੋਣਗੇ। ਜਿਵੇਂ ਲੂਣ ਸਮੁੰਦਰ 'ਚ ਗਲ ਜਾਂਦਾ ਹੈ ਨਾ,
ਏਦਾਂ ਇਹ ਨਿੰਦਕ ਇਹ ਸੰਸਾਰ ਸਮੁੰਦਰ ਦੇ ਵਿੱਚ ਗਲਦੇ ਰਹਿਣਗੇ, ਜੰਮਦੇ ਮਰਦੇ ਰਹਿਣਗੇ। ਪਦਮ ਸਮਾਨ ਅਲੇਪਾ, ਤੇ ਤੁਸੀਂ ਇਸ ਜਗਤ ਰੂਪੀ ਸਮੁੰਦਰ ਵਿੱਚ ਕਮਲ ਦੇ ਫੁੱਲ ਵਾਂਗੂ ਅਲੇਪ ਰਹੋਗੇ, ਤੁਹਾਡੇ ਤੇ ਕੋਈ ਲੇਪ ਨਹੀਂ ਹੋਵੇਗਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਕਮਲ ਦੇ ਫੁੱਲ ਵਾਂਗੂ ਤੁਸੀਂ ਅਲੇਪ ਰਹੋਗੇ। ਜੇ ਸੁਆਨ ਕੂਕਤਰੇ ਐਨਿਸ ਨੈ ਗਜ ਮਤ ਵਿਖੇਪਾ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਜਿਹੜੇ ਕੁੱਤੇ ਆ ਉਹ ਭੌਂਕਦੇ ਐ, ਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਹਾਥੀ ਕਦੇ ਆਪਣੀ ਝੂਲਣ ਵਾਲੀ ਚਾਲ, ਮਸਤ ਚਾਲ ਦਾ ਤਿਆਗ ਨਹੀਂ ਕਰਦਾ। ਉਹ ਆਪਣੀ ਚਾਲੇ ਟੁਰਿਆ ਜਾਂਦਾ, ਸੱਜੇ ਖੱਬਿਓਂ 5-7 ਕੁੱਤੇ, ਕੋਈ ਇਧਰੋਂ ਭੌਂਕਦਾ ਕੋਈ ਇਧਰੋਂ ਭੌਂਕਦਾ। ਹਾਥੀ ਦਾ ਕੀ ਵਿਗੜਦਾ? ਕਦੇ ਵੇਖਿਆ ਵੀ ਕੁੱਤਿਆਂ ਦੇ ਭੌਂਕਦਿਆਂ ਹਾਥੀਆਂ ਨੇ ਆਪਣੀਆਂ ਚਾਲਾਂ ਵਿਗਾੜੀਆਂ ਹੋਣ? ਉਸੇ ਤਰ੍ਹਾਂ ਗਲੀ ਵਿੱਚ ਝੂਲਦਾ ਹੋਇਆ ਮਸਤ ਚੱਲਿਆ ਕਰਦਾ ਹੈ। ਖੁਸ਼ੀ ਕਰੀ ਜਾਵਨ ਕੋ ਘਰ ਕੀ, ਪਾਦ ਪਦਮ ਯੁਗ ਬੰਦੇ। ਇਸ ਕਰਕੇ ਤੁਸੀਂ ਆਪਣੀ ਚਾਲ ਚੱਲਦੇ ਰਹਿਣਾ। ਨਿੰਦਕ ਕੁਝ ਆਖਣ ਕੁਝ ਕਹਿਣ। ਮਹਾਰਾਜ ਜੀ ਦੇ ਬਚਨ ਨੇ, ਕੋਈ ਭਲਾ ਕਹੈ ਭਾਵੇਂ ਬੁਰਾ ਕਹੈ, ਹਮ ਤਨ ਦਿਓ ਹੈ ਢਾਰ। ਹੁਣ ਕੋਈ ਭਲਾ ਕਹੇ ਤੇ ਭਾਵੇਂ ਬੁਰਾ ਕਹੇ, ਜਦੋਂ ਸਮਰਪਣ ਕਰ ਦਿੱਤਾ ਗੁਰੂ ਚਰਨਾਂ ਵਿੱਚ, ਫਿਰ ਸਿੱਖ ਇਹ ਪਰਵਾਹ ਨਹੀਂ ਕਰਦਾ ਵੀ ਕੌਣ ਉਪਮਾ ਕਰਦਾ ਤੇ ਕੌਣ ਨਿੰਦਾ ਕਰਦਾ। ਪਾਤਸ਼ਾਹ ਨੇ ਖੁਸ਼ੀਆਂ ਦਿੱਤੀਆਂ, ਆਖਿਆ ਜਾਓ ਭਾਈ ਬਾਲਾ ਜੀ ਤੁਸੀਂ ਹੁਣ ਘਰ ਜਾਓ, ਕਿਉਂਕਿ ਭਾਈ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਮੈਂ ਪਿੱਛੇ ਪਰਿਵਾਰ ਦਾ ਕੋਈ ਕੰਮਕਾਰ ਵੇਖ ਲਵਾਂ, ਆਗਿਆ ਦਿਓ। ਮਹਾਰਾਜ ਜੀ ਆਖਿਆ ਜਾਓ ਤੁਸੀਂ ਹੁਣ ਤਲਵੰਡੀ ਵਾਪਸ ਜਾਓ। ਗੁਰੂ ਪਾਤਸ਼ਾਹ ਦੀ ਖੁਸ਼ੀ ਲੈ ਕੇ ਭਾਈ ਬਾਲਾ ਜੀ ਜਾ ਰਹੇ ਨੇ। ਸੁਨ ਸ਼੍ਰੀ ਨਾਨਕ ਬਚਨ ਸੁਹਾਏ, ਮੁਝ ਪਾਰ ਦੇ ਆਨੰਦੇ। ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੇਰੇ ਹਿਰਦੇ 'ਚ ਆਨੰਦ ਬਣ ਗਿਆ। ਮੇਰਾ ਹਿਰਦਾ ਆਨੰਦ ਤੇ ਖੇੜੇ ਤੇ ਵਿਗਾਸ ਨਾਲ ਭਰ ਗਿਆ। ਤਲਵੰਡੀ ਕੇ ਮਾਰਗ ਚੱਲ ਕਰ ਆਇਓ ਆਪਨ ਨਿਕੇਤਾ। ਮੈਂ ਤਲਵੰਡੀ ਦੇ ਰਾਹ ਟੁਰ ਕੇ ਚੱਲਦਾ ਆਪਣੇ ਘਰ ਪਹੁੰਚ ਗਿਆ। ਮੁਝ ਪਛਾਤ ਸੁਨੋ ਗੁਰ ਅੰਗਦ। ਹੇ ਗੁਰੂ ਅੰਗਦ ਸਾਹਿਬ, ਮੇਰੇ ਪਿੱਛੋਂ ਜੋ ਉੱਥੇ ਸੁਲਤਾਨਪੁਰ ਸਾਹਿਬ ਹੋਇਆ ਉਹ ਵੀ ਮੈਂ ਹੁਣ ਤੁਹਾਨੂੰ ਸਰਵਣ ਕਰਾਉਂਦਾ ਹਾਂ, ਸੁਣੋ ਜੀ। ਸ਼੍ਰੀ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਕੇਤੂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਏ ਪ੍ਰਸੀਦ ਸੁਸਾ ਪਰ ਅਤਿਸ਼ੈ, ਗਵਨੇ ਪੁਨਿ ਉਦਿਆਨਾ। ਆਪਣੀ ਭੈਣ ਬੇਬੇ ਨਾਨਕੀ ਤੇ ਸਤਿਗੁਰੂ ਜੀ ਨੇ ਪ੍ਰਸੰਨਤਾ ਕੀਤੀ, ਭੋਜਨ ਛਕਿਆ ਬੇਬੇ ਜੀ ਦੇ ਕੋਲੋਂ, ਔਰ ਵਾਪਸ ਫਿਰ ਬਨ ਵਿੱਚ ਉਦਿਆਨ 'ਚ ਜਿੱਥੇ ਇਕਾਂਤ ਵਿੱਚ ਸਤਿਗੁਰੂ ਜੀ ਬੈਠਦੇ ਨੇ ਉੱਥੇ ਚਲੇ ਗਏ। ਭੇ ਇਕੰਤ ਜੈ ਮਨੁਜ ਨ ਆਵੇ। ਐਸੇ ਇਕਾਂਤ ਵਾਲੇ ਥਾਂ ਤੇ ਗਏ ਜਿੱਥੇ ਕੋਈ ਮਾਨਵ ਮਹਾਰਾਜ ਜੀ ਦੇ ਕੋਲ ਨਹੀਂ ਆਉਂਦਾ। ਕਰੁਣਾ ਨਿਧ ਗਤੀ ਦਾਨਾ। ਕਰੁਣਾ ਦੇ ਖਜ਼ਾਨੇ ਮੁਕਤੀ ਦੇ ਦਾਤੇ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ। ਕਮਲ ਬਦਨ ਪ੍ਰਾਚੀ ਦਿਸ਼ ਜੈ ਕੋ, ਵਾਕ ਅਰਕ ਪਰਮਾਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਦਾਂ ਕਹਿ ਸਕਦੇ ਆ, ਜਿਵੇਂ ਪ੍ਰਾਚੀ ਦਿਸ਼ਾ 'ਚ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ ਔਰ ਉਹਦੇ ਵਿੱਚੋਂ ਰਸ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਮੁਖਾਰ ਬਿੰਦ ਵਿੱਚੋਂ, ਕਮਲ ਰੂਪੀ ਮੁਖਾਰ ਬਿੰਦ ਵਿੱਚੋਂ ਅੰਮ੍ਰਿਤ ਰੂਪੀ ਵਾਕ ਪੈਦਾ ਹੁੰਦੇ ਹਨ। ਕਿੰਕਰ ਉਰ ਕੋ ਪਰਮ ਤਿਮਰ ਹਰ, ਦਲ ਕਲ ਮਲ ਉੱਡ ਨਾਨਾ। ਆਪਣਿਆਂ ਸੇਵਕਾਂ ਦੇ ਭਰਮਾਂ ਦਾ ਨਾਸ਼ ਕਰਦੇ ਆ। ਭਰਮਾਂ ਰੂਪੀ ਜਿਵੇਂ ਸੂਰਜ ਚੜ੍ਹਦਾ ਹੈ ਤੇ ਹਨੇਰਾ ਦੂਰ ਹੁੰਦਾ ਹੈ, ਏਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਨਾਲ ਸਤਿਗੁਰਾਂ ਦੇ ਸੇਵਕਾਂ ਦੇ ਹਿਰਦਿਆਂ ਚੋਂ ਭਰਮ ਰੂਪੀ ਅੰਧਕਾਰ ਦੀ ਨਿਰਵਿਰਤੀ ਹੁੰਦੀ ਹੈ। ਦੁੱਖਾਂ ਰੂਪੀ ਤਾਰੇ ਜਿਹੜੇ ਨੇ ਉਹ ਨਿਰਵਿਰਤ ਹੋ ਜਾਂਦੇ ਹਨ। ਗਇਓ ਰਬਾਬ ਲੇਨ ਹਿਤਪੁਰ ਮੈਂ, ਖੋਜਤ ਭਾ ਮਰਦਾਨਾ। ਇਧਰ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਲੈਣ ਭੇਜਿਆ ਸੀ। ਭਾਈ ਮਰਦਾਨਾ ਜੀ ਰਬਾਬ ਲੈਣ ਗਏ ਨੇ। ਜਿਹੜਾ ਨਗਰ ਸਤਿਗੁਰਾਂ ਨੇ ਦੱਸਿਆ ਸੀ ਉਹ ਨਗਰ ਦੀ ਭਾਲ ਕਰਦੇ ਨੇ। ਸੁਲਤਾਨਪੁਰ ਸਾਹਿਬ ਤੋਂ ਕੁਝ ਦੂਰੀ ਤੇ ਉਹ ਨਗਰ ਹੈ, ਉਸ ਨਗਰ ਦਾ ਨਾਮ ਹੈ ਭੈਰੋਂ ਆਣਾ।
ਉਸ ਨਗਰ ਵਾਲੇ ਪਾਸੇ ਭਾਈ ਮਰਦਾਨਾ ਜੀ ਗਏ ਹਨ। ਸੁਨੇ ਡੂਮ ਕੋ ਸਦਨੇ ਜਿਹਵਾ ਬੂਝੇ ਜਾਏ ਸੁਜਾਨਾ। ਭੈਰੋਆਣੇ ਨਗਰ ਦੇ ਵਿੱਚ ਜਾ ਕੇ ਭਾਈ ਮਰਦਾਨਾ ਜੀ ਨੇ ਭਾਲ ਕੀਤੀ ਜਿਹੜੇ ਮਰਾਸ਼ੀ ਰਹਿੰਦੇ ਸੀ ਉੱਥੇ, ਕਿਉਂਕਿ ਖਾਲਸਾ ਜੀ ਇਹ ਗਾਉਣ ਵਜਾਉਣ ਦਾ ਜਿਹੜਾ ਕੰਮ ਸੀ ਮਰਾਸ਼ੀ ਲੋਕ ਕਰਿਆ ਕਰਦੇ ਸਨ। ਉਹਨਾਂ ਨੂੰ ਗੁੜਤੀ ਦੇ ਵਿੱਚ ਸਾਰਾ ਕੁਝ ਸਿੱਖਣ ਨੂੰ ਮਿਲਦਾ ਸੀ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਵੀ ਮਰਾਸ਼ੀਆਂ ਦੀ ਕੁੱਲ 'ਚ ਜਨਮੇ ਸਨ, ਜਿਨ੍ਹਾਂ ਨੇ ਮਰਾਸ਼ੀਆਂ ਦੀ ਕੁੱਲ ਨੂੰ ਵੀ ਸੰਸਾਰ ਦੇ ਵਿੱਚ ਉਜਾਗਰ ਕਰਕੇ ਸਤਿਕਾਰਤ ਬਣਾਇਆ। ਐਸੇ ਮਹਾਂਪੁਰਸ਼ ਭਾਈ ਮਰਦਾਨਾ ਜੀ ਗਏ ਭੈਰੋਆਣਾ ਨਗਰ ਵਿੱਚ, ਮਰਾਸ਼ੀਆਂ ਦੇ ਘਰ ਲੱਭ ਰਹੇ ਨੇ ਜਿੱਥੋਂ ਜਾ ਕੇ ਕੋਈ ਚੰਗੀ ਵਧੀਆ ਰਬਾਬ ਮਿਲ ਸਕੇ। ਆਦਰਪੁਰ ਮੈਂ ਦਈ ਨ ਕੋ। ਹੁਣ ਜਦੋਂ ਨਗਰ ਵਿੱਚ ਵਿਚਰਦੇ ਆ ਭਾਈ ਮਰਦਾਨਾ ਜੀ, ਨਗਰ ਦਾ ਕੋਈ ਵੀ ਵਿਅਕਤੀ ਭਾਈ ਮਰਦਾਨੇ ਨੂੰ ਆਦਰ ਨਹੀਂ ਦਿੰਦਾ, ਸਤਿਕਾਰ ਨਹੀਂ ਦਿੰਦਾ। ਅਸ ਵਿਦਵਾ ਕੇ ਅਲਾਵੇਂ। ਉਹ ਖੋਟੀ ਬੁੱਧੀ ਵਾਲੇ ਲੋਕ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਬੋਲਦੇ ਹਨ। ਤੈਂ ਕੋ ਡੂਮ ਜੋ ਭਇਓ ਕੁਰਾਈ। ਕਹਿੰਦੇ ਕੁਰਾਈਏ ਦਾ ਡੂਮ ਆ ਗਿਆ। ਡੂਮ ਕਹਿੰਦੇ ਨੇ ਮਰਾਸ਼ੀ ਨੂੰ। ਕੁਰਾਈਆ ਗੁਰੂ ਨਾਨਕ ਸਾਹਿਬ ਨੂੰ ਦੱਸਦੇ ਸੀ ਇਹ ਲੋਕ, ਜਿਹੜੇ ਭੁੱਲਿਆਂ ਨੂੰ ਰਾਹ ਦੱਸਣ ਆਏ ਆ, ਇਹ ਭੋਲੇ ਲੋਕ ਉਹਨਾਂ ਨੂੰ ਕੁਰਾਈਆ ਪੇ ਦੱਸਦੇ। ਭਾਈ ਮਰਦਾਨੇ ਨੂੰ ਵੇਖ ਕੇ ਕਹਿੰਦੇ ਕੁਰਾਈਏ ਦਾ ਡੂਮ ਹੈ, ਇਹ ਕੁਰਾਈਏ ਦਾ ਮਰਾਸ਼ੀ ਹੈ। ਸੁਨਤ ਰੋਸੇ ਉਰ ਆਵੇਂ। ਭਾਈ ਮਰਦਾਨੇ ਆਖਿਆ ਮੈਨੂੰ ਤੁਸੀਂ ਮਰਾਸ਼ੀ ਕਹੋ, ਕੁਝ ਕਹੋ, ਪਰ ਮੇਰੇ ਸਾਹਿਬ ਬਾਬਤ ਏਦਾਂ ਦੇ ਬੋਲ ਨਾ ਬੋਲੋ। ਬੜਾ ਗੁੱਸਾ ਲੱਗਾ ਭਾਈ ਮਰਦਾਨੇ ਨੂੰ ਇਹ ਸੁਣ ਕੇ। ਦੋਹਰਾ ਫਿਰਤ ਫਿਰਤ ਇੱਕ ਸ਼ਰਮ ਪਇਓ, ਦੂਸਰ ਨਿੰਦਕ ਬੈਨ। ਭਾਈ ਮਰਦਾਨਾ ਜੀ ਪਿੱਛੋਂ ਲੰਮਾ ਪੈਂਡਾ ਤੈਅ ਕਰਕੇ ਫਿਰਦੇ ਫਿਰਦੇ ਲੱਭਦੇ, ਕਿਉਂਕਿ ਫਿਰੰਦੇ ਨੂੰ ਲੱਭ ਰਹੇ ਸੀ। ਮਹਾਰਾਜ ਜੀ ਕਿਹਾ ਭਾਈ ਫਿਰੰਦਾ ਮਿਲੇਗਾ, ਉਹਦੇ ਕੋਲੋਂ ਰਬਾਬ ਲਿਆਈ ਮਰਦਾਨਿਆ। ਭਾਈ ਮਰਦਾਨਾ ਜੀ ਜਿਉਂ ਲੱਭ ਰਹੇ, ਪਿਛਲੇ 3-4 ਦਿਨ ਬੀਤ ਗਏ ਨੇ, ਲੱਭਦੇ ਨਹੀਂ ਸਨ ਪਏ, ਥੱਕ ਗਏ। ਤੇ ਉਧਰੋਂ ਲੋਕ ਏਦਾਂ ਦੀਆਂ ਗੱਲਾਂ ਕਹਿਣ ਵੀ ਇਹ ਕੁਰਾਈਏ ਦਾ ਮਰਾਸ਼ੀ ਹੈ, ਕੁਰਾਈਏ ਦਾ ਡੂਮ ਹੈ। ਇਹ ਸੁਣ ਕੇ ਭਾਈ ਮਰਦਾਨਾ ਜੀ ਦਾ ਹਿਰਦਾ ਬੜਾ ਦੁਖੀ ਹੋਇਆ। ਸੁਨ ਮਨ ਮੈਂ ਦੁਖਤ ਪਇਓ, ਕੱਚ ਬਸ ਆਪਨ ਚਲੀ ਨਾ। ਇਹ ਸੁਣ ਕੇ ਬਹੁਤ ਜ਼ਿਆਦਾ ਮਨ ਦੁਖੀ ਹੋਇਆ, ਬਹੁਤ ਜ਼ਿਆਦਾ ਡਾਢਾ ਦੁੱਖ ਹੋਇਆ ਭਾਈ ਮਰਦਾਨੇ ਦਾ, ਪਰ ਕੋਈ ਵਸ ਨਹੀਂ ਪਿਆ ਚੱਲਦਾ। ਹਰ ਗੀਤ ਕਾ ਚੰਦ ਫਿਰ ਕਰ ਸਗਰੇ ਨਗਰ ਮੈਂ, ਮਰਦਾਨਾ ਔਰ ਅਕੁਲਾਏ ਕੈ। ਭਾਈ ਮਰਦਾਨਾ ਜੀ ਜਦੋਂ ਸਾਰੇ ਨਗਰ 'ਚ ਫੇਰ ਹਟੇ, ਭੈਰੋਆਣੇ ਨਗਰ ਦੇ ਕੱਲੇ ਕੱਲੇ ਘਰ ਵਿੱਚ ਗਏ, ਮਰਾਸ਼ੀਆਂ ਨੂੰ ਮਿਲੇ, ਪਰ ਕਿਤੋਂ ਰਬਾਬ ਨਹੀਂ ਮਿਲੀ, ਨਾ ਭਾਈ ਫਰੰਦਾ ਲੱਭਾ ਕਿਤੇ। ਅਖੀਰ ਨੂੰ ਭਾਈ ਮਰਦਾਨਾ ਜੀ ਥੱਕ ਕੇ ਨਗਰ ਤੋਂ ਬਾਰ-ਬਾਰ ਆਏ ਹਨ। ਵੈਸੇ ਸ਼੍ਰੀ ਨਾਨਕ ਜਹਾਂ ਤੈਂ, ਥਕਤ ਸੋ ਬੈਠਿਓ ਆਏ ਕੈ। ਭਾਈ ਮਰਦਾਨਾ ਜੀ ਵਾਪਸ ਮੁੜੇ, ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ, ਉੱਥੇ ਆ ਕੇ ਥੱਕ ਟੁੱਟ ਕੇ ਭਾਈ ਮਰਦਾਨਾ ਜੀ ਬਹਿ ਗਏ। ਸ਼੍ਰੀ ਮੁਖ ਸੋ ਬੂਝਤ ਪਏ, ਤੈਂ ਬਦਨੇ ਬਿਕਲ ਨਿਹਾਰ ਕੈ। ਭਾਈ ਮਰਦਾਨੇ ਦਾ ਵਿਆਕੁਲ ਚਿਹਰਾ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਬਿਨ ਰਬਾਬ ਆਵਨ ਪਇਓ, ਨਿਜ ਬਿਰਥਾ ਪਨੋ ਸੁਧਾਰ ਕੈ। ਮਹਾਰਾਜ ਜੀ ਕਹਿੰਦੇ ਹਾਂ ਭਾਈ ਮਰਦਾਨਾ ਜੀ ਰਬਾਬ ਨਹੀਂ ਲਿਆਏ, ਕੀ ਗੱਲ ਹੈ, ਕੀ ਦੁੱਖ ਹੈ? ਚਿਹਰੇ ਤੁਹਾਡੇ ਤੋਂ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਬੜੀ ਪਰੇਸ਼ਾਨੀ ਦੇ ਵਿੱਚ ਆਏ ਹੋ। ਕਿਉਂ ਬੂਝਤੋ ਮੋਹੇ ਕੋ ਸਭ ਅੰਤਰ ਜਾਮੀ ਜਾਣ ਕੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਕੀ ਪੁੱਛਦੇ ਹੋ, ਕੀ ਤੁਹਾਨੂੰ ਪਤਾ ਨਹੀਂ ਵੀ ਮੈਂ ਕਿਉਂ ਦੁਖੀ ਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਛੋ ਤਾਂ ਜੇ ਮਹਾਰਾਜ ਮੈਨੂੰ ਪਤਾ ਨਾ ਹੋਵੇ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਬਹੁਰ ਕਿਓ ਸ਼੍ਰੀ ਬਦਨ ਤੇ, ਬਿਨ ਸ਼ੰਕ ਸੁਨਾਓ ਬਖਾਨ ਕੈ। ਮਹਾਰਾਜ ਜੀ ਕਹਿੰਦੇ ਮਰਦਾਨਿਆ ਦੱਸ ਤਾਂ ਸਹੀ ਗੱਲ ਕੀ ਹੈ? ਤੂੰ ਰਬਾਬ ਲੈਣ ਗਿਆ ਸੀ ਤੇ ਖਾਲੀ ਹੱਥ ਪਰਤ ਆਇਆ, ਚਿਹਰਾ ਤੇਰਾ ਦੁਖੀ ਪ੍ਰਤੀਤ ਹੁੰਦਾ ਹੈ, ਚਿਹਰਾ ਤੇਰਾ ਟੱਠਾ ਹੋਇਆ ਹੈ, ਬੜਾ ਪਰੇਸ਼ਾਨ ਪ੍ਰਤੀਤ ਹੁੰਦਾ। ਦੱਸ ਕੀ ਗੱਲ ਹੈ, ਸਾਰੀ ਗੱਲ ਖੋਲ ਕੇ ਦੱਸ। ਕੈਸੇ ਮੈਂ ਮੁਖ ਸੋ ਕਹੂੰ,
ਕੈ ਬੇਜੋਗ ਨਾ ਬਾਤ ਹੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਿਵੇਂ ਬੋਲਾਂ ਆਪਣੇ ਮੂੰਹੋਂ, ਕਹਿਣ ਜੋਗੀ ਗੱਲ ਹੀ ਨਹੀਂ ਮੇਰੇ ਸਾਹਿਬ ਜੋ ਮੈਂ ਸੁਣ ਕੇ ਆਇਆ। ਤੁਹਾਨੂੰ ਕਿਵੇਂ ਆ ਕੇ ਕਹਾ ਉਹ ਗੱਲਾਂ ਜਿਹੜੀਆਂ ਲੋਕਾਂ ਨੇ ਕਹੀਆਂ ਨੇ ਮੇਰੇ ਕੋਲੋਂ ਨਹੀਂ ਕਹਿ ਹੁੰਦੀਆਂ। ਪੁਨੇ ਪੁਨੇ ਸ਼੍ਰੀ ਗੁਰ ਕਹੇ ਕਉ ਜਿਸ ਬਿਦ ਭਇਓ ਬਿਰਤਾਂਤ ਹੈ। ਮਹਾਰਾਜ ਜੀ ਕਹਿੰਦੇ ਨਾ ਮਰਦਾਨਿਆ ਦੱਸਣਾ ਤਾਂ ਪੈਣਾ ਹੀ ਆ ਵੀ ਦੱਸ ਆਖਿਆ ਕੀ ਆ ਲੋਕਾਂ ਤੈਨੂੰ। ਭਾਈ ਮਰਦਾਨਾ ਕਹਿੰਦਾ ਮੈਂ ਨਹੀਂ ਕਹਿ ਸਕਦਾ ਮਹਾਰਾਜ, ਮਾਫੀ ਚਾਹੁੰਦਾ। ਮਹਾਰਾਜ ਕਹਿੰਦੇ ਨਾ ਮਰਦਾਨਿਆ ਦੱਸ ਕੀ ਆਖਿਆ ਲੋਕਾਂ ਨੇ। ਜਾਣੀ ਜਾਣਦੇ ਸੀ ਸਤਿਗੁਰੂ, ਮਰਦਾਨੇ ਦੇ ਮੂੰਹੋਂ ਸੁਣਨਾ ਸੀ ਸਾਹਿਬ ਜੀ ਨੇ। ਮਹਾਰਾਜ ਜੀ ਕਹਿੰਦੇ ਦੱਸ ਕੀ ਆਖਦੇ ਨੇ ਲੋਕ, ਕੀ ਕਹਿੰਦੇ ਐ। ਬਾਰ-ਬਾਰ ਸਤਿਗੁਰੂ ਜੀ ਪੁੱਛਦੇ ਭਾਈ ਮਰਦਾਨੇ ਕੋਲੋਂ। ਮਤ ਦ੍ਰੁਮਲਾ ਚੰਦ ਔਰ ਡਰ ਮਰਦਾਨੇ ਬਚਨ ਬਖਾਨੇ। ਮਹਾਰਾਜ ਜੀ ਤੋਂ ਭੈ ਭੀਤ ਹੋ ਕੇ ਡਰ ਕੇ ਸਤਿਗੁਰਾਂ ਦੇ ਸਨਮੁਖ ਭਾਈ ਮਰਦਾਨਾ ਜੀ ਬੋਲੇ ਕਿ ਚਿਤ ਨਰ ਇਉਂ ਬੈਨ ਕਹੇ। ਮਹਾਰਾਜ ਜੀ ਜਦੋਂ ਮੈਂ ਨਗਰ ਚ ਰਬਾਬ ਲੈਣ ਗਿਆ, ਮਰਾਸ਼ੀਆਂ ਦੇ ਘਰਾਂ ਚ ਵੀ ਫਿਰਿਆ, ਲੋਕ ਏਦਾਂ ਗੱਲਾਂ ਕਰਦੇ, ਏਦਾਂ ਕਹਿੰਦੇ ਹਨ। ਏ ਡੂਮੰਗ ਤਾਂ ਹੀ ਪਾਜੋ ਕੁਰਾਹੀ। ਮਹਾਰਾਜ ਜੀ ਲੋਕ ਕਹਿੰਦੇ ਆ ਇਹ ਉਹਦਾ ਡੂਮ ਹੈ ਜਿਹੜਾ ਕੁਰਾਈ ਹੈ। ਮਹਾਰਾਜ ਮੈਨੂੰ ਕੁਰਾਈਏ ਦਾ ਡੂਮ ਸੱਦਦੇ ਐ, ਮੈਨੂੰ ਕਹਿੰਦੇ ਕੁਰਾਈਏ ਦਾ ਮਰਾਸ਼ੀ ਹੈ। ਨੈ ਰਬਾਬ ਕੋ ਦੇਨ ਚਾਏ। ਮਹਾਰਾਜ ਕਿਸੇ ਮੈਨੂੰ ਰਬਾਬ ਨਹੀਂ ਦਿੱਤੀ, ਨਾ ਹੀ ਕਿਸੇ ਨੇ ਰਬਾਬ ਦੇਣ ਦੀ ਇੱਛਾ ਕੀਤੀ। ਦੁਰਮਤ ਭ੍ਰਮ ਭੂਲੇ ਜਸ ਪ੍ਰਤਕੂਲੇ। ਮਹਾਰਾਜ ਖੋਟੀ ਮਤ ਦੇ ਵਿੱਚ ਭੁੱਲੇ, ਤੁਹਾਡੇ ਜਸ ਤੋਂ ਉਲਟ ਨੇ ਲੋਕ। ਸੱਠ ਮੁਖ ਤੇ ਨਿੰਦ ਬਖਾਨੇ। ਇਹ ਮੂਰਖ ਆਪਣੇ ਮੂੰਹੋਂ ਨਿੰਦਾ ਕਰਦੇ ਆ ਸਤਿਗੁਰੂ ਜੀ, ਤੁਹਾਨੂੰ ਕੁਰਾਈਆ ਦੱਸਦੇ ਹਨ। ਹੋ ਮਨ ਏ ਚਾਹੋ ਰਸਿਓ ਲਿਆਵੋ। ਮਹਾਰਾਜ ਮੇਰਾ ਮਨ ਚਾਹੁੰਦਾ ਸੀ ਵੀ ਮੈਂ ਰਬਾਬ ਲੈ ਕੇ ਆਵਾਂ, ਸੋ ਪਾਏ ਨਾ ਨਗਰ ਖੁਜਾਨੇ। ਮੈਂ ਸਾਰਾ ਨਗਰ ਖੋਜ ਕੇ ਆਇਆ, ਲੱਭ ਕੇ ਆਇਆ, ਭਾਲ ਕੇ ਆਇਆ, ਮੈਨੂੰ ਕਿਤੋਂ ਰਬਾਬ ਨਹੀਂ ਮਿਲੀ ਸਤਿਗੁਰੂ ਜੀ। ਸ਼੍ਰੀ ਗੁਰਗਤ ਦੇਨਾ ਸੁਨ ਕੇ ਬੈਨਾ। ਮੁਕਤੀ ਦਾਤੇ ਸਤਿਗੁਰੂ ਜੀ ਨੇ ਜਦੋਂ ਭਾਈ ਮਰਦਾਨੇ ਦੇ ਮੁਖੋਂ ਇਹ ਬੇਨਤੀ ਸੁਣੀ, ਚੱਕ ਮਾਰੇ ਦੁਸ਼ਟ ਗਵਾਰਾ। ਮਹਾਰਾਜ ਕਹਿੰਦੇ ਮਰਦਾਨਿਆਂ ਜਿਹੜੇ ਗਵਾਰ ਲੋਕ ਹੁੰਦੇ ਆ ਝੱਖ ਮਾਰਿਆ ਕਰਦੇ ਆ। ਗਵਾਰਾਂ ਦੀਆਂ ਝੱਖਾਂ ਦੇ ਉੱਤੇ ਕਦੇ ਯਕੀਨ ਨਹੀਂ ਕਰੀਦਾ, ਉਹਨਾਂ ਦੇ ਝੱਖ ਸੁਣ ਕੇ ਕਦੇ ਆਪਣਾ ਮਨ ਨਹੀਂ ਭਰਮਾਈਦਾ। ਲੱਜਤ ਮੁਖ ਹੋਵੇ ਜਨਮ ਬਿਗੋਵੇ। ਇਹੋ ਜਿਹੇ ਗਵਾਰ ਲੋਕ ਜਿਹੜੇ ਝੱਖ ਮਾਰਦੇ ਆ, ਇਹਨਾਂ ਨੂੰ ਲੱਜਤ ਹੋਣਾ ਪੈਂਦਾ ਦੋਹਾਂ ਦਰਬਾਰਾਂ ਵਿੱਚ, ਲੋਕ ਪਰਲੋਕ ਵਿੱਚ, ਔਰ ਉਹ ਆਪਣਾ ਜਨਮ ਖਵਾਰ ਕਰ ਲੈਂਦੇ ਆ। ਇਦਾਂ ਦੇ ਲੋਕ ਦੁੱਖ ਪਾਵੇ ਜਮ ਦੁਆਰਾ। ਇਦਾਂ ਦੇ ਲੋਕ ਜਮਾਂ ਦੇ ਦੁਆਰ ਤੇ ਪਏ ਦੁੱਖ ਪਾਉਂਦੇ ਆ, ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਹਨ। ਤੂੰ ਕਰ ਨਿਜ ਕਾਜਾ ਤਜ ਨਰ ਲਾਜਾ। ਤੂੰ ਇਹਨਾਂ ਲੋਕਾਂ ਦੀ ਲਾਜ ਛੱਡ, ਇਹਨਾਂ ਦੀ ਲਾਜ ਛੱਡ ਕੇ ਆਪਣਾ ਕੰਮ ਕਰ, ਜਿਹੜੀ ਤੇਰੀ ਡਿਊਟੀ ਕਰਤਾਰ ਨੇ ਲਾਈ ਹੈ। ਜਾਓ ਨਗਰ ਬੋਰੀ। ਜਾਓ ਫਿਰ ਨਗਰ ਦੇ ਵਿੱਚ ਜਾ ਕੇ ਭਾਲ ਕੇ ਲੱਭ ਕੇ ਲਿਆਓ। ਪਿਕ ਸੁੰਦਰ ਆਨੋ ਸ਼ੰਕ ਨਠਾਨੋ। ਵਧੀਆ ਚੰਗੀ ਰਬਾਬ ਲੱਭ ਕੇ ਲਿਆਇਓ, ਮਨ 'ਚ ਕੋਈ ਸ਼ੰਕਾ ਨਾ ਕਰਿਓ। ਸਭ ਕਰੋ ਡੂਮ ਕਰ ਟੋਰੀ। ਜਿੰਨੇ ਮਰਾਸ਼ੀ ਨੇ ਮਰਾਸ਼ੀਆਂ ਦੇ ਘਰਾਂ ਵਿੱਚ ਲੱਭੋ ਤੇ ਭਾਲ ਕਰਕੇ ਲਿਆਓ। ਦਵਿਆ ਚੰਦ ਪ੍ਰਭ ਜੀ ਡੂਮ ਮਦ ਮਤ ਏ ਪੁਰ। ਮਹਾਰਾਜ ਜੀ ਇਸ ਨਗਰ ਦੇ ਜਿਹੜੇ ਮਰਾਸ਼ੀ ਨੇ ਬੜੀ ਮਾੜੀ ਮੱਤ ਵਾਲੇ ਨੇ। ਖਾਸ ਕਰਕੇ ਮਹਾਰਾਜ ਜਿਹੜੇ ਸੁਲਤਾਨਪੁਰ ਸਾਹਿਬ ਚ ਮਰਾਸ਼ੀ ਰਹਿੰਦੇ ਐ, ਇਹ ਬੜੀ ਮਾੜੀ ਤੇ ਭੈੜੀ ਮੱਤ ਵਾਲੇ ਹਨ। ਮਮ ਕਹਿ ਕਿਨੇ ਨਾ ਜਾਣਿਓ। ਮਹਾਰਾਜ ਮੇਰਾ ਕਿਹਾ ਕਿਸੇ ਨੇ ਨਹੀਂ ਜਾਣਿਆ, ਮੈਂ ਬਥੇਰੀਆਂ ਮਿੰਨਤਾਂ ਕੀਤੀਆਂ ਇਹਨਾਂ ਨੂੰ, ਕਿਸੇ ਨੇ ਮੇਰੀ ਗੱਲ ਨਹੀਂ ਮੰਨੀ। ਬੈਸਨ ਦਏ ਨਾ ਕੀਏ ਸਨਮਾਨਾ। ਨਾ ਮੈਨੂੰ ਆਪਣੇ ਘਰ 'ਚ ਕਿਸੇ ਨੇ ਬਹਿਣ ਦਿੱਤਾ ਤੇ ਨਾ ਹੀ ਮੇਰਾ ਕਿਸੇ ਨੇ ਸਨਮਾਨ ਕੀਤਾ, ਤੇ ਕਹਿੰਦੇ ਕੁਰਾਈਏ ਦਾ ਡੂਮ ਹੈ। ਕਿਨ ਰਬਾਬ ਨੇ ਆਨਿਓ। ਕਿਸੇ ਮਰਾਸ਼ੀ ਨੇ ਮਹਾਰਾਜ ਜੀ ਮੈਨੂੰ ਰਬਾਬ ਲਿਆ ਕੇ ਨਹੀਂ ਦਿੱਤੀ, ਨਾ ਹੀ ਵਿਖਾਈ ਹੈ। ਕਹਿ ਦਿਸ਼ ਮੈਂ ਅਬ ਖੋਜਨ ਜਾਵਾਂ। ਮਹਾਰਾਜ ਹੁਣ ਤੁਸੀਂ ਦੱਸੋ, ਤੁਸੀਂ ਜਾਣੀ ਜਾਣੋ, ਮੈਂ ਕਿਹੜੀ ਦਿਸ਼ਾ ਚ ਰਬਾਬ ਲੱਭ ਕੇ ਲਿਆਵਾਂ, ਕਿੱਥੋਂ ਖੋਜਾਂ। ਕਹੋ 부ਝਾਏ ਸੁਆਮੀ। ਇਹ ਸੁਆਮੀ ਤੁਸੀਂ ਕਿਰਪਾ ਕਰਕੇ ਮੈਨੂੰ ਬੁਝਾ ਦਿਓ, ਜਣਾ ਦਿਓ, ਤਾਂ ਜੋ ਮੈਂ ਜਾ ਕੇ ਰਬਾਬ ਦੀ ਭਾਲ ਕਰਕੇ ਲੈ ਆਵਾਂ ਉੱਥੋਂ ਜਿੱਥੋਂ ਤੁਸੀਂ ਦੱਸੋ।
ਤੁਮਕੋ ਤੀਨ ਲੋਕ ਕੀ ਸੁਧ ਹੈ। ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਸੁਆਮੀ ਹੋ, ਤਿੰਨਾਂ ਲੋਕਾਂ ਦਾ ਵਰਤਾਰਾ ਤੁਹਾਨੂੰ ਪਤਾ ਕਿੱਥੇ ਕੀ ਵਰਤਦਾ ਹੈ। ਘਟ ਘਟ ਅੰਤਰ ਜਾਮੀ, ਇਹ ਘਟ ਘਟ ਦੀ ਜਾਣਨ ਵਾਲੇ ਅੰਤਰਯਾਮੀ ਸਾਹਿਬ ਜੀ, ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੈ। ਤੁਸੀਂ ਆਪ ਕਿਰਪਾ ਕਰਕੇ ਦੱਸ ਦਿਓ ਮੈਂ ਕਿੱਥੋਂ ਜਾ ਕੇ ਰਬਾਬ ਲਿਆਵਾਂ। ਪੁਰ ਮੈਂ ਨੈ ਜਾਵੋ ਮਰਦਾਨਾ। ਮਹਾਰਾਜ ਜੀ ਕਹਿੰਦੇ ਚੰਗਾ ਫਿਰ ਮਰਦਾਨਿਆ ਤੂੰ ਸੁਲਤਾਨਪੁਰ ਨਾ ਜਾਈ, ਇੱਥੋਂ ਕੁਝ ਦੂਰੀ ਤੇ ਨਗਰ ਆ ਭੈਰੋ ਆਣਾ, ਉਸ ਪਾਸੇ ਚਲਾ ਜਾ। ਅਵਰ ਸਥਾਨ ਸਿਧਾਵੋ, ਹੋਰ ਜਗ੍ਹਾ ਤੈਨੂੰ ਦੱਸਦੇ ਹਾਂ, ਟਿਕਾਣਾ ਤੈਨੂੰ ਹੋਰ ਦੱਸਦੇ ਹਾਂ। ਜੈ ਦਿਸ਼ ਜੰਗਲ ਗ੍ਰਾਮ ਏਕ ਤੈ, ਆ ਇੱਧਰ ਜਿੱਧਰ ਜੰਗਲ ਦਾ ਇਲਾਕਾ ਉੱਥੇ ਇੱਕ ਨਗਰ ਆਵੇਗਾ ਭੈਰੋ ਆਣਾ। ਜਾਏ ਖੋਜ ਤੁਮ ਪਾਵੋ, ਉੱਥੇ ਜਾ ਕੇ ਖੋਜੋ, ਉੱਥੋਂ ਤੁਹਾਨੂੰ ਰਬਾਬ ਮਿਲੇਗੀ, ਪ੍ਰਾਪਤ ਹੋਵੇਗੀ। ਜੁਗ ਸਰਤਾ ਮਦ ਤਾਂ ਕੋ ਜਾਨੋ, ਉਹ ਦਰਿਆਵਾਂ ਦੇ ਵਿਚਕਾਰ ਉਹ ਜਗ੍ਹਾ ਨਗਰ ਹੈ। ਰਾਹਕ ਕੋ ਸੋ ਗਾਉ, ਉਹ ਜ਼ਿਮੀਂਦਾਰਾਂ ਦਾ ਪਿੰਡ ਹੈ, ਜ਼ਿਮੀਂਦਾਰਾਂ ਦਾ ਨਗਰ ਹੈ। ਨਾਮ ਫਿਰੰਦਾ ਤਹਾਂ ਰਬਾਬੀ, ਉੱਥੇ ਤੁਹਾਨੂੰ ਇੱਕ ਫਰੰਦੇ ਨਾਮ ਦਾ ਰਬਾਬੀ ਮਿਲੇਗਾ, ਉਹਦਾ ਨਾਮ ਭਾਈ ਫਰੰਦਾ ਹੈ, ਤੇ ਉਹ ਫਰੰਦੇ ਨਾਂ ਦਾ ਰਬਾਬੀ ਤੁਹਾਨੂੰ ਉੱਥੇ ਮਿਲੇਗਾ। ਜਾਏ ਸੁਬੂਜੋ ਨਾਉ, ਤੁਸੀਂ ਭਾਈ ਫਰੰਦੇ ਦਾ ਨਾਮ ਪੁੱਛ ਕੇ ਪਿੰਡ 'ਚ ਪੁੱਛਣਾ ਵੀ ਫਰੰਦਾ ਕਿੱਥੇ ਰਹਿੰਦਾ ਹੈ, ਉਹਦੀ ਭਾਲ ਕਰਕੇ ਉਹਨੂੰ ਮਿਲਣਾ, ਉਹਦੇ ਕੋਲੋਂ ਹੀ ਤੁਹਾਨੂੰ ਰਬਾਬ ਪ੍ਰਾਪਤ ਹੋਵੇਗੀ। ਤੇ ਫਰੰਦੇ ਕੋਲੋਂ ਰਬਾਬ ਲੈ ਕੇ ਤੁਸੀਂ ਸਾਡੇ ਕੋਲ ਪਰਤ ਆਉਣਾ। ਖੋਜਤ ਪਾਵੋ ਜਾਚੋ ਤਾਈ, ਉਹਨੂੰ ਪਹਿਲਾਂ ਖੋਜੋ, ਫਿਰ ਉਹਦੇ ਕੋਲੋਂ ਮੰਗੋਗੇ ਰਬਾਬ ਤੇ ਤੁਹਾਨੂੰ ਮਿਲੇਗੀ। ਨੈ ਦੇਵੇ ਜੇ ਤੁਮਕੋ, ਜੇ ਉਹ ਤੁਹਾਨੂੰ ਨਾ ਦੇਵੇ ਨਾ ਰਬਾਬ ਤੁਸੀਂ ਮੰਗੋ। ਨਾਨਕ ਭੇਜਿਓ ਨਿਕਟ ਤੁਹਾਰੇ, ਤੇ ਫਿਰ ਤੂੰ ਸਾਡਾ ਨਾਂ ਲਈ, ਆਖੀ ਮੈਨੂੰ ਗੁਰੂ ਨਾਨਕ ਸਾਹਿਬ ਨੇ ਤੇਰੇ ਕੋਲ ਭੇਜਿਆ। ਪਹਿਲਾਂ ਤੂੰ ਆਪ ਮੰਗੀ, ਜੇ ਉਹ ਨਾ ਕਰੇ ਤੇ ਫਿਰ ਤੂੰ ਸਾਡਾ ਨਾਂ ਲੈ ਕੇ ਕਹੀਂ ਕਿ ਮੈਨੂੰ ਗੁਰੂ ਨਾਨਕ ਸਾਹਿਬ ਨੇ ਭੇਜਿਆ, ਮੈਂ ਉਹਨਾਂ ਵਾਸਤੇ ਰਬਾਬ ਲੈ ਕੇ ਜਾਣੀ ਐ। ਲੀਜੈ ਆਖੇ ਹਮਕੋ, ਤੇ ਸਾਡਾ ਨਾਂ ਲੈ ਕੇ ਫਿਰ ਉਹਨਾਂ ਦੇ ਕੋਲ ਸਾਡੀ ਜਾਣਕਾਰੀ ਦੇਵੀਂ। ਕਹਿ ਮਰਦਾਨਾ ਸੁਨੋ ਪ੍ਰਭੂ ਜੀ, ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸਤ ਬਚਨ ਪ੍ਰਭੂ ਜੀ। ਮੋਲ ਹੋਏ ਜੇ ਪਾਸੂ, ਮਹਾਰਾਜ ਰਬਾਬ ਤਾਂ ਲੈ ਆਵਾਂ, ਪਰ ਜੇ ਉਹਨੇ ਪੈਸੇ ਮੰਗੇ ਫਿਰ ਕਿੱਥੋਂ ਦਿਆਂਗਾ। ਜੇ ਮੁੱਲ ਹੋਵੇ ਕੋਲ ਤੇ ਮੈਂ ਮੁੱਲ ਦੇ ਕੇ ਰਬਾਬ ਖਰੀਦ ਕੇ ਲੈ ਆਵਾਂ, ਕਿਉਂਕਿ ਹੁਣ ਇੱਕ ਵਾਰੀ ਜਾਵਾਂਗਾ, ਪਹਿਲਾਂ ਫਰੰਦੇ ਨੂੰ ਲੱਭਾਂਗਾ, ਰਬਾਬ ਪੁੱਛਾਂਗਾ, ਫਿਰ ਉਹ ਪੈਸੇ ਕਹੇਗਾ, ਫਿਰ ਪੈਸੇ ਲੈਣ ਆਵਾਂਗਾ। ਮਹਾਰਾਜ ਇਦਾਂ ਤਾਂ ਗੇੜੇ ਹੀ ਮਾਰਦੇ ਰਵਾਂਗੇ। ਪਾਤਸ਼ਾਹ ਕਿਰਪਾ ਕਰੋ ਵੀ ਮੁੱਲ ਮਿਲ ਜਾਏ, ਥੋੜੀ ਜੀ ਮਾਇਆ ਮਿਲ ਜਾਏ, ਤੇ ਮਾਇਆ ਦੇ ਕੇ ਮੈਂ ਰਬਾਬ ਖਰੀਦ ਕੇ ਲੈ ਆਵਾਂ। ਤੈਂ ਦੇ ਕਰ ਹੋਂ ਲਏ ਸੋ ਆਵੋ, ਪੈਸੇ ਦੇ ਕੇ, ਰੁਪਈਏ ਦੇ ਕੇ ਫਿਰ ਉਹ ਰਬਾਬ ਲੈ ਆਵਾਂ। ਪੁਨ ਨਾ ਜਾਉ ਸੁਖ ਰਾਸੂ, ਮਹਾਰਾਜ ਇੱਕੋ ਗੇੜੇ 'ਚ ਕੰਮ ਸਾਰ ਦਿਓ, ਕਿਉਂਕਿ ਹੁਣ ਮੈਂ ਮੁੜ ਕੇ ਦੁਬਾਰਾ ਨਹੀਂ ਜਾਣਾ, ਲੋਕਾਂ ਦੇ ਬੋਲ ਨਹੀਂ ਮੇਰੇ ਕੋਲੋਂ ਸੁਣਦੇ। ਮਹਾਰਾਜ ਹੁਣ ਇੱਕੋ ਗੇੜੇ 'ਚ ਹੀ ਮੇਰਾ ਕੰਮ ਫਤਿਹ ਕਰ ਦਿਓ। ਦੋਹਰਾ ਜਾਓ ਸੁਸਾ ਕੇ ਪਾਸ ਤੇ, ਕੀਮਤ ਜਿਤਨੀ ਹੋਏ। ਮਹਾਰਾਜ ਜੀ ਕਹਿੰਦੇ ਚੰਗਾ ਮਰਦਾਨਿਆ, ਜੇ ਤੂੰ ਕਹਿਣਾ ਤੇਰਾ ਫਤਿਹ ਦਾ ਗੇੜਾ ਹੋਵੇ, ਫਤਿਹ ਦਾ ਗੇੜਾ, ਅਸੀਂ ਲੰਗਰ ਪ੍ਰਸ਼ਾਦਾ ਛਕਣ ਜਾਣਾ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਅੰਬਾਲੇ, ਰਾਤ ਨੂੰ ਉਹਨਾਂ ਨੇ ਪ੍ਰਸ਼ਾਦਾ ਵਰਤਾਉਂਦੇ ਹੋਣਾ, ਤੇ ਪਹਿਲਾਂ ਇੱਕ ਦੋ ਵਾਰੀ ਗੇੜੇ ਮਾਰਨੇ, ਤੇ ਤੀਜੀ ਵਾਰ ਜਦੋਂ ਆਉਣਾ ਕਹਿਣਾ ਫਤਿਹ ਦਾ ਗੇੜਾ, ਫਤਿਹ ਦਾ ਗੇੜਾ। ਤੇ ਪਹਿਲਾਂ ਪਤਾ ਨਹੀਂ ਸੀ ਹੁੰਦਾ ਵੀ ਇਹ ਫਤਿਹ ਦਾ ਗੇੜਾ ਕੀ ਹੁੰਦਾ, ਤੇ ਅਸੀਂ ਕਹਿਣਾ ਚਲੋ ਫੇਰ ਆਏਗਾ ਪ੍ਰਸ਼ਾਦਾ ਲੈ ਲਵਾਂਗੇ। ਉਹ ਫਤਿਹ ਦਾ ਗੇੜਾ ਮਾਰ ਕੇ ਮੁੜ ਕੇ ਆਉਂਦੇ ਹੀ ਨਹੀਂ ਸੀ ਪੁੱਛਣ। ਉਹਨਾਂ ਦਾ ਮਤਲਬ ਸੀ ਵੀ ਹੁਣੇ ਲੈ ਲਓ ਜਿਹੜਾ ਵਰਤਾਰਾ ਹੁੰਦਾ, ਵੀ ਹੁਣੇ ਫਤਿਹ ਦਾ ਗੇੜਾ, ਮੁੜ ਕੇ ਦੁਬਾਰਾ ਨਹੀਂ ਆਉਣਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੇਰਾ ਵੀ ਹੁਣ ਇੱਕੋ ਫਤਿਹ ਦਾ ਗੇੜਾ ਹੀ ਲਵਾਇਓ, 2-3 ਗੇੜੇ ਲਾਇਆ ਪਹਿਲਾਂ, ਹੁਣ ਨਹੀਂ ਜੇ ਮੈਂ ਜਾਣਾ। ਮਹਾਰਾਜ ਜੀ ਕਹਿੰਦੇ ਚੰਗਾ ਫਿਰ ਮਰਦਾਨਿਆ ਬੇਬੇ ਨਾਨਕੀ ਦੇ ਕੋਲ ਜਾਓ, ਉਹਨਾਂ ਕੋਲੋਂ ਜਾ ਕੇ ਮੁੱਲ ਲੈ ਲਵੋ। ਸੋਲੀ ਕਰ ਗਵਨੋ ਅਬੇ, ਨਿਜ ਬਿਲੰਬ ਸਭ ਖੋਏ। ਉਹਨਾਂ ਕੋਲੋਂ ਮਾਇਆ ਲੈ ਕੇ ਚਲੇ ਜਾਓ, ਬਿਨਾਂ ਦੇਰੀ ਤੋਂ ਜਾ ਕੇ ਰਬਾਬ ਲੈ ਆਓ। ਦੋਵੇਂ ਚੰਦ
ਮਰਦਾਨਾ ਤਤਕਾਲ ਸਿਧਾਇਓ। ਇਹ ਸੁਣਦਿਆਂ ਸਾਰ ਭਾਈ ਮਰਦਾਨਾ ਜੀ ਗਏ। ਗਇਓ ਨਾਨਕੀ ਧਾਮਾ। ਬੇਬੇ ਨਾਨਕੀ ਜੀ ਦੇ ਪਾਸ ਹਾਜ਼ਰ ਹੋਏ। ਗਇਓ ਨਗਰ ਸਭ ਖੋਜਿਓ ਹੋਈ। ਆਖਿਆ ਬੇਬੇ ਜੀ ਮੈਂ ਸਾਰੇ ਨਗਰ ਵਿੱਚ ਲੱਭਿਆ, ਪਹਿਲਾਂ ਸੁਲਤਾਨਪੁਰ ਸਾਹਿਬ ਦੇ ਮਰਾਸ਼ੀਆਂ ਦੇ ਘਰ ਗਿਆ, ਨੈ ਰਬਾਬ ਅਬਿਰਾਮਾ। ਮੈਨੂੰ ਕਿਤੋਂ ਵੀ ਰਬਾਬ ਨਹੀਂ ਮਿਲੀ ਜਿਹੋ ਜੀ ਰਬਾਬ ਚਾਹੀਦੀ ਹੈ। ਭੇਜਤ ਆਨ ਗ੍ਰਾਮ ਪ੍ਰਭ ਜੀ। ਸਤਿਗੁਰੂ ਜੀ ਹੁਣ ਮੈਨੂੰ ਦੂਜੇ ਪਿੰਡ ਭੇਜ ਰਹੇ ਨੇ ਰਬਾਬ ਲੈਣ ਵਾਸਤੇ। ਮੈਂ ਰਬਾਬ ਲੈਣ ਦੂਜੇ ਨਗਰ ਜਾ ਰਿਹਾ, ਇੱਥੋਂ ਨੇੜੇ ਕੋਈ ਭੈਰੋਆਣਾ ਪਿੰਡ ਦੱਸਦੇ ਆ ਸਤਿਗੁਰੂ, ਉੱਥੋਂ ਜਾ ਕੇ ਮੈਂ ਰਬਾਬ ਲੈ ਕੇ ਆਉਣੀ ਐ। ਮੋਲ ਲੈਨੋ ਆਇਓ। ਤੇ ਬੇਬੇ ਜੀ ਮੈਂ ਹੁਣ ਤੁਹਾਡੇ ਕੋਲੋਂ ਮੁੱਲ ਲੈਣ ਆਇਆ ਵੀ ਮੈਨੂੰ ਕੁਝ ਪੈਸੇ ਦੇ ਦਿਓ, ਤਾਂ ਜੋ ਮੈਂ ਪੈਸੇ ਦੇ ਕੇ ਰਬਾਬ ਖਰੀਦ ਕੇ ਲੈ ਆਵਾਂ। ਸਪਤ ਰਜਤ ਪਣ ਜਾਚ ਲਏ ਜਬ। ਬੇਬੇ ਜੀ ਨੇ ਪੁੱਛਿਆ ਵੀ ਭਾਈ ਮਰਦਾਨਾ ਜੀ ਕਿੰਨੀ ਕਮਾਇਆ ਚਾਹੀਦੀ ਹੈ। ਭਾਈ ਮਰਦਾਨੇ ਨੇ ਆਖਿਆ ਮੈਂ ਬੇਬੇ ਜੀ 7 ਰੁਪਈਏ ਦੇ ਦਿਓ ਵਧੀਆ ਰਬਾਬ ਖਰੀਦਣ ਨੂੰ। ਬੇਬੇ ਜੀ ਨੇ ਝੱਟ 7 ਰੁਪਈਏ ਕੱਢ ਕੇ ਦਿੱਤੇ। ਭਾਈ ਮਰਦਾਨਾ ਜੀ ਨੇ ਲੈ ਲਏ। ਤੂਰਨ ਤੈਂ ਤੇ ਤਾਇਓ। ਬੜੀ ਛੇਤੀ ਨਾਲ ਕਾਹਲੀ ਨਾਲ ਸੁਲਤਾਨਪੁਰ ਸਾਹਿਬ ਤੋਂ ਭਾਈ ਸਾਹਿਬ ਚੱਲ ਪਏ। ਤ੍ਰੈ ਬਾਸੁਰ ਤੈਂ ਪਹੁੰਚਿਓ ਜਾਈ। ਲੱਭਦਿਆਂ ਸੱਜੇ ਖੱਬੇ ਵੀ ਫਰੰਦੇ ਨੂੰ ਲੱਭਣਾ। 3 ਦਿਨ ਬੀਤ ਗਏ, ਭਾਈ ਮਰਦਾਨੇ ਨੂੰ ਫਰੰਦਾ ਨਹੀਂ ਲੱਭਿਆ। ਖੋਜਤ ਬੂਜਤ ਨਰ ਕੋ। ਕਈ ਬੰਦਿਆਂ ਨੂੰ ਪੁੱਛਦਾ ਭਾਈ ਇੱਥੇ ਫਰੰਦਾ ਨਾਮ ਦਾ ਰਬਾਬੀ ਕਿੱਥੇ ਮਿਲੇਗਾ। ਲੋਕ ਕਹਿੰਦੇ ਅਸੀਂ ਤਾਂ ਕਦੇ ਸੁਣਿਆ ਨਹੀਂ, ਇਹ ਫਰੰਦਾ ਕੌਣ ਹੈ। 3 ਦਿਨ ਭਾਈ ਮਰਦਾਨੇ ਨੂੰ ਇਉਂ ਹੀ ਬਤੀਤ ਹੋ ਗਏ। ਜੁਗ ਬਾਸੁਰ ਤੈਂ ਖੋਜਤ ਫਿਰਿਓ। 2 ਦਿਨ ਹੋਰ ਲੰਘ ਗਏ, 5 ਦਿਨ ਬੀਤ ਗਏ, ਭਾਈ ਮਰਦਾਨੇ ਨੂੰ ਭਾਈ ਫਰੰਦਾ ਨਹੀਂ ਮਿਲਿਆ। ਕੋ ਨਾ ਬਤਾਵੇ ਘਰ ਕੋ। ਜਿਹੜੇ ਨਗਰ ਵਿੱਚ ਜਾ ਕੇ ਪੁੱਛੇ ਕੋਈ ਦੱਸੇ ਹੀ ਨਾ ਵੀ ਫਰੰਦੇ ਦਾ ਘਰ ਕਿਹੜਾ ਹੈ। ਸ਼ਰਮ ਸੋ ਵਿਆਕੁਲ ਭਇਓ ਉਦਾਸੂ। ਭਾਈ ਮਰਦਾਨਾ ਜੀ ਥੱਕ ਗਏ, ਹੁਣ 5 ਦਿਨ ਹੋ ਗਏ ਸੀ। 5 ਦਿਨ ਹੋ ਗਏ ਸੀ ਲੱਭਦਿਆਂ, ਪਰ ਭਾਈ ਫਰੰਦਾ ਨਹੀਂ ਸੀ ਲੱਭਿਆ। ਹੌਸਲਾ ਧੀਰਜ ਕਿੰਨਾ ਹੋਵੇਗਾ ਭਾਈ ਮਰਦਾਨੇ ਦੇ ਅੰਦਰ ਕਿ ਉਹ ਵਾਪਸ ਨਹੀਂ ਆਏ ਵਿੱਚੋਂ ਵੀ ਮਹਾਰਾਜ ਮੈਨੂੰ ਨਹੀਂ ਲੱਭਾ ਫਰੰਦਾ, ਮੈਂ ਆ ਗਿਆ। ਵੇਖੋ ਸਤ ਬਚਨ ਦੀ ਬਿਰਤੀ, ਕਿਉਂਕਿ ਬਚਨ ਤੇ ਭਰੋਸਾ ਵੀ ਸੀ। ਗੁਰਦੇਵ ਨੇ ਆਖਿਆ ਵੀ ਅਖੀਰਲਾ ਗੇੜਾ ਤੇਰਾ, ਹੁਣ ਦੂਜਾ ਗੇੜਾ ਨਹੀਂ ਲਵਾਉਂਦੇ। ਤੋ ਭਾਈ ਮਰਦਾਨਾ ਜੀ ਨੂੰ ਪਤਾ ਸੀ ਵੀ ਗੁਰਦੇਵ ਨੇ ਕਿਹਾ ਤੇ ਫਰੰਦਾ ਮਿਲੇਗਾ ਜ਼ਰੂਰ। 5 ਦਿਨ ਬੀਤ ਗਏ ਲੱਭਦਿਆਂ ਪੁੱਛਦਿਆਂ, ਪਰ ਕਿਤੋਂ ਭਾਈ ਫਰੰਦਾ ਨਹੀਂ ਲੱਭਾ। ਤੇ ਅਖੀਰ ਭਾਈ ਮਰਦਾਨਾ ਜੀ ਥੱਕ ਟੁੱਟ ਗਏ। ਹਟ ਆਵਨ ਕੋ ਤਿਆਰੀ। ਹੁਣ ਜਦੋਂ ਬੇਬਸੀ ਹੋ ਗਈ ਤੇ ਸੋਚਿਆ ਵੀ ਹੁਣ ਵਾਪਸ ਚੱਲਾਂ, ਮਿਲਦਾ ਤਾਂ ਹੈ ਨਹੀਂ ਫਰੰਦਾ, ਉਹ ਲੱਭਦਾ ਤਾਂ ਹੈ ਨਹੀਂ ਕਿਤੇ। ਬੈਸਤ ਪਇਓ ਮਹੀਰੋ ਛਾਈ। ਤੇ ਨਗਰ ਤੋਂ ਬਾਹਰ ਆ ਕੇ ਇੱਕ ਦਰਖਤ ਦੀ ਛਾਂ ਥੱਲੇ ਭਾਈ ਮਰਦਾਨਾ ਜੀ ਆਰਾਮ ਕਰਨ ਲਈ ਬੈਠ ਗਏ। ਫਿਕਰਵੰਦ ਹੋਏ ਭਾਰੀ। ਮਨ 'ਚ ਬੜਾ ਡਾਢਾ ਫਿਕਰ ਹੈ ਵੀ ਇਹ ਚੰਗਾ ਮਸਲਾ ਅੜਿਆ, ਰਬਾਬ ਹੀ ਨਹੀਂ ਪਈ ਲੱਭਦੀ ਕਿਤੋਂ, ਬੜੀ ਮੁਸ਼ਕਲ ਬਣੀ ਹੋਈ ਹੈ। ਕੌਣ ਨਾਮ ਕਿਤ ਤੇ ਤੁਮ ਆਇਓ। ਇੰਨੇ ਨੂੰ ਇੱਕ ਕੰਨਾਂ ਵਿੱਚ ਆਵਾਜ਼ ਪਈ। ਭਾਈ ਮਰਦਾਨਾ ਜੀ ਸਿਰ ਨੀਵਾਂ ਕਰੀ ਬੈਠੇ ਸੀ, ਕੰਨਾਂ 'ਚ ਆਵਾਜ਼ ਪਈ। ਪੁੱਛਿਆ ਕੌਣ ਹੈ ਭਾਈ, ਤੇਰਾ ਨਾਂ ਕੀ ਹੈ। ਭਾਈ ਮਰਦਾਨੇ ਨੂੰ ਆਵਾਜ਼ ਆਈ ਵੀ ਕੌਣ ਹੈ ਭਾਈ, ਤੇਰਾ ਨਾਂ ਕੀ ਹੈ। ਬੂਝਿਓ ਇੱਕ ਨਰ ਆਈ। ਭਾਈ ਮਰਦਾਨੇ ਨੇ ਅੱਖਾਂ ਖੋਲੀਆਂ, ਵੇਖਿਆ ਸਾਹਮਣੇ ਇੱਕ ਸੱਜਣ ਪੁਰਸ਼ ਖੜਾ ਹੈ। ਉਹ ਪੁੱਛ ਰਿਹਾ ਸੀ ਖੋਜ ਤੋ ਕੈ ਕੋ ਕਿਆ ਕਾਜਾ। ਉਹਨੇ ਪੁੱਛਿਆ ਹਾਂ ਭਾਈ ਕਿਹਨੂੰ ਲੱਭਦਾ, ਕੀ ਕੰਮ ਹੈ ਤੇਰਾ ਉਹਦੇ ਨਾਲ ਜਿਹਨੂੰ ਤੂੰ ਲੱਭ ਰਿਹਾ ਹੈ। ਹਮਕੋ ਦਿਓ ਸੁਨਾਈ। ਸਾਨੂੰ ਦੱਸ ਦੇ ਤੂੰ ਕਿਹਨੂੰ ਲੱਭਦਾ ਹੈ ਤੇ ਉਹਦੇ ਕੋਲੋਂ ਤੈਨੂੰ ਕੀ ਚਾਹੀਦਾ ਹੈ। ਚਿੰਤਾ ਤੁਰ ਅਤਿਸ਼ੇ ਚਿਤ ਮਾਈ। ਮੈਨੂੰ ਤੂੰ ਵੇਖਣ 'ਚ ਬੜਾ ਚਿੰਤਾ ਤੁਰ ਪ੍ਰਤੀਤ ਹੋ ਰਿਹਾ, ਤੂੰ ਬੜਾ ਡਾਢਾ ਥੱਕਿਆ ਤੇ ਵਿਆਕੁਲ ਨਜ਼ਰ ਆਉਂਦਾ। ਦੀਸਤ ਤੋਏ ਲਿਲਾਰਾ। ਤੇਰਾ ਮੱਥਾ ਨਜ਼ਰ ਆਉਂਦਾ ਵੀ ਤੂੰ ਥੱਕਿਆ ਟੁੱਟਿਆ ਹੋਇਆ ਤੇ ਕਿਸੇ ਦੀ ਭਾਲ ਕਰ ਰਿਹਾ। ਕਰੋ ਮਨੋਰਥ ਆਪਣਾ ਪ੍ਰਗਟੇ। ਦੱਸ ਤੇਰਾ ਕੀ ਮਨੋਰਥ ਹੈ, ਤੂੰ ਕੀ ਇੱਛਾ ਆਪਣੇ ਮਨ 'ਚ ਧਾਰ ਕੇ ਆਇਆ। ਪੁਨ ਜੈ ਥਾਨ ਅਗਾਰਾ। ਤੇ ਦੱਸ ਤੂੰ ਅੱਗੇ ਕਿਹੜੀ ਥਾਂ ਤੇ ਜਾਣਾ, ਕਿੱਥੋਂ ਆਇਆ। ਦੋਹਰਾ ਮਰਦਾਨੇ ਉਰ ਤ੍ਰਿਤ ਪਈ। ਬਚਨ ਸੁਨੇ ਮ੍ਰਿਦ ਸਾਰੇ। ਮਰਦਾਨਾ ਜੀ ਨੇ ਜਦੋਂ ਇਹ ਆਵਾਜ਼ ਸੁਣੀ ਤੇ ਹੌਸਲਾ ਜਾ ਹੋ ਗਿਆ ਵੀ ਚਲੋ ਕੋਈ ਆਇਆ ਤਾਂ ਹੈ ਨਾ ਪੁੱਛਣ। ਹੌਸਲਾ ਜਾ ਹੋ ਗਿਆ ਵੀ ਬੜੇ ਮਿੱਠੇ ਮਿੱਠੇ ਬੋਲ ਬੋਲੇ ਨੇ,
ਕਿਉਂਕਿ ਨਗਰ 'ਚ ਜਿਹਨੂੰ ਪੁੱਛਦੇ ਸੀ ਅੱਗੋਂ ਗਾਲੀ ਪੈਂਦਾ ਸੀ ਭਾਈ ਮਰਦਾਨੇ ਦੇ। ਹੁਣ ਇਹ ਬੰਦਾ ਆਇਆ, ਬੜਾ ਪਿਆਰ ਨਾਲ ਬੋਲਿਆ, ਹੌਸਲਾ ਜਿਹਾ ਹੋ ਗਿਆ ਭਾਈ ਮਰਦਾਨੇ ਨੂੰ। ਮਿੱਠੇ ਜੇ ਬੋਲ ਸੁਣ ਕੇ ਹਰਖ ਮਾਨ ਹੋਏ ਕਰ ਤਬੇ ਉਚਰੇ ਬਚਨ ਵਿਚਾਰੇ। ਬੜੇ ਖੁਸ਼ ਜੇ ਹੋਏ ਭਾਈ ਮਰਦਾਨਾ ਜੀ, ਜਿਵੇਂ ਜਾਨ 'ਚ ਜਾਨ ਪੈ ਜਾਂਦੀ ਹੈ, ਤੇ ਖੁਸ਼ੀ ਦੇ ਨਾਲ ਬੋਲੇ ਉਹਨੂੰ ਸਾਹਮਣੇ ਵੇਖ ਕੇ। ਦੁਵਿਆ ਚੰਦ ਵਤਨ ਰਾਏ ਪੋਏ ਤਲਵੰਡੀ। ਕਹਿਣ ਲੱਗਾ ਮਹਾਰਾਜ ਜੀ, ਮੇਰਾ ਨਗਰ ਹੈ ਰਾਏ ਭੋਏ ਦੀ ਤਲਵੰਡੀ। ਮੈਂ ਰਾਏ ਭੋਏ ਦੀ ਤਲਵੰਡੀ ਦਾ ਰਹਿਣ ਵਾਲਾ ਹਾਂ। ਨਾਮ ਜਾਨ ਮਰਦਾਨਾ। ਮੇਰਾ ਨਾਮ ਹੈ ਮਰਦਾਨਾ। ਭਾਈ ਸਾਹਿਬ ਆਪਣੀ ਜਾਣਕਾਰੀ, ਕਿਉਂਕਿ ਉਹਨੇ ਪੁੱਛਿਆ ਨਾ ਕੌਣ ਹੋ, ਕਿੱਥੋਂ ਆਏ ਹੋ, ਕਿਹਨੂੰ ਲੱਭ ਰਹੇ ਹੋ, ਉਹਨੂੰ ਜਿਹਨੂੰ ਲੱਭ ਰਹੇ ਉਹਦੇ ਨਾਲ ਕੀ ਕੰਮ ਹੈ। ਭਾਈ ਸਾਹਿਬ ਕਹਿੰਦੇ ਮੇਰਾ ਪਿੰਡ ਹੈ ਤਲਵੰਡੀ ਤੇ ਮੇਰਾ ਨਾਮ ਹੈ ਭਾਈ ਮਰਦਾਨਾ। ਏਕ ਫਿਰੰਦਾ ਅਹੇ ਰਬਾਬੀ। ਤੇ ਰਹੀ ਗੱਲ ਮੈਂ ਇਹਨੂੰ ਲੱਭ ਰਿਹਾ, ਉਹਦਾ ਨਾਮ ਹੈ ਭਾਈ ਫਰੰਦਾ ਰਬਾਬੀ। ਮੈਂ ਭਾਈ ਫਰੰਦੇ ਰਬਾਬੀ ਨੂੰ ਲੱਭ ਰਿਹਾ। ਖੋਜੋ ਤਿਸੇ ਸੁਜਾਨਾ। ਉਹਨੂੰ ਮੈਂ ਲੱਭ ਰਿਹਾ, ਉਹਦੀ ਮੈਂ ਭਾਲ ਕਰ ਰਿਹਾ। ਨਾਨਕ ਵੇਦੀ ਭੇਜਿਓ ਤੈਂ ਟਿਗ। ਮੈਂ ਭੇਜਿਆ ਹੋਇਆ ਆਇਆ ਹਾਂ ਗੁਰੂ ਨਾਨਕ ਸਾਹਿਬ ਬੇਦੀ ਦਾ। ਗੁਰੂ ਨਾਨਕ ਸਾਹਿਬ ਉਹਨਾਂ ਦਾ ਭੇਜਿਆ ਹੋਇਆ ਮੈਂ ਚੱਲ ਕੇ ਆਇਆ, ਤੇ ਭਾਈ ਫਰੰਦੇ ਰਬਾਬੀ ਦੀ ਮੈਂ ਭਾਲ ਕਰ ਰਿਹਾ। ਲੀਨ ਰਬਾਬ ਰਜਾਈ। ਕਿਉਂਕਿ ਮੈਂ ਉਹਦੇ ਕੋਲੋਂ ਰਬਾਬ ਲੈਣੀ ਹੈ। ਇਹ ਹੁਕਮ ਹੈ ਮੇਰੇ ਮਾਲਕ ਦਾ, ਸਵਾਮੀ ਦਾ, ਗੁਰੂ ਨਾਨਕ ਸਾਹਿਬ ਦਾ, ਕਿ ਮੈਂ ਭਾਈ ਫਰੰਦੇ ਨੂੰ ਮਿਲ ਕੇ ਉਹਦੇ ਕੋਲੋਂ ਰਬਾਬ ਲੈ ਕੇ ਜਾਣੀ ਹੈ। ਖੋਜਿਓ ਸੋਬੋ ਹੱਥ ਨਾ ਆਵੇ। ਮੈਨੂੰ ਇੱਥੇ ਕਈ ਦਿਨ ਬੀਤ ਗਏ ਨੇ ਲੱਭਦਿਆਂ, ਪਰ ਭਾਈ ਫਰੰਦਾ ਮੇਰੇ ਹੱਥ ਨਹੀਂ ਲੱਗਾ। ਉਹ ਮੈਨੂੰ ਕਿਤੇ ਨਹੀਂ ਲੱਭਿਆ ਮਿਲਿਆ। ਜਾਂ ਤੇ ਮਨ ਬੇਕੁਲਾਈ। ਇਸ ਕਰਕੇ ਮੇਰਾ ਮਨ ਵਿਆਕੁਲ ਤੇ ਬੇਬਲ ਹੋ ਰਿਹਾ ਹੈ। ਨਾਮ ਫਿਰੰਦਾ ਹਮਰਾ ਜਾਨੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਸੱਜਣ ਪੁਰਸ਼ ਅੱਗੋਂ ਬੋਲਿਆ, ਕਹਿੰਦਾ ਭਾਈ ਮਰਦਾਨਾ ਜੀ, ਮੇਰਾ ਨਾਂ ਹੀ ਭਾਈ ਫਰੰਦਾ। ਸਤਿ ਸ੍ਰੀ ਅਕਾਲ। ਜਿਹਨੂੰ ਤੂੰ ਪਿਛਲੇ 5 ਦਿਨਾਂ ਤੋਂ ਲੱਭਣ ਦੀ ਕਾਂਖਾ ਰੱਖ ਕੇ ਲੱਭ ਰਿਹਾ, ਉਹ ਮੈਂ ਹੀ ਆ। ਮੇਰਾ ਨਾਂ ਹੀ ਭਾਈ ਫਰੰਦਾ ਹੈ। ਪਟਵਿਓ ਤੋਂ ਮੁਝ ਪਾਸਾ। ਤੈਨੂੰ ਮੇਰੇ ਕੋਲ ਸਤਿਗੁਰੂ ਜੀ ਨੇ ਭੇਜਿਆ, ਤੂੰ ਮੇਰੇ ਕੋਲ ਹੀ ਚੱਲ ਕੇ ਆਇਆ, ਸਹੀ ਟਿਕਾਣੇ ਤੇ ਪਹੁੰਚਿਆ। ਲੈ ਰਬਾਬ ਜਾਓ ਅਬ ਤੈਂ ਕੋ। ਤੂੰ ਹੁਣ ਰਬਾਬ ਲੈ ਕੇ ਮੇਰੇ ਕੋਲੋਂ ਸਾਹਿਬ ਦੇ ਕੋਲ ਚੱਲੀ। ਜੈ ਹੈ ਮਾਇਆ ਆਵਾਸਾ। ਉੱਥੇ ਚੱਲੀ ਜਿੱਥੇ ਕਿਰਪਾ ਦੇ ਖਜ਼ਾਨੇ। ਮਾਇਆ ਨਾਮ ਹੁੰਦਾ ਕਿਰਪਾ ਦਾ। ਜੋ ਕਿਰਪਾ ਦੇ ਘਰ ਨੇ ਸਤਿਗੁਰੂ ਜੀ, ਉੱਥੇ ਚੱਲਣੀ ਲੈ ਕੇ ਰਬਾਬ ਨੂੰ। ਭਵ ਸਾਗਰ ਤੇ ਨਰਬੋ ਤਾਰਨ। ਉਹ ਐਸੇ ਨੇ ਜਿਹੜੇ ਸੰਸਾਰ ਦੇ ਵਿੱਚ ਭਵ ਸਾਗਰ ਦੇ ਬਹੁਤੇ ਜੀਵਾਂ ਨੂੰ ਤਾਰਨੇ ਵਾਸਤੇ ਧਾਰਿਓ ਸੁਤੇ ਸਰੂਪਾ। ਉਹਨਾਂ ਨੇ ਸੁਤੇ ਸਿੱਧੇ ਸਰੂਪ ਧਾਰਨ ਕੀਤਾ ਜੀਵਾਂ ਦੇ ਪਾਰ ਉਤਾਰਨ ਵਾਸਤੇ। ਕਲ ਕੇ ਸਭ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ। ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮ ਹੈ ਨਾਮ ਬਤਾਏ। ਕਲਯੁਗ ਦੇ ਜੀਵਾਂ ਦੇ ਉਧਾਰ ਨੇ ਨਮਿਤ ਗੁਰੂ ਨਾਨਕ ਸਾਹਿਬ ਜੀ ਨੇ ਇਹ ਸੁਤੇ ਸਿੱਧ ਸਵਰੂਪ ਧਾਰਨ ਕੀਤਾ ਹੈ। ਅਸਬਿਦ ਬਦਨੇ ਬਦ ਕਰ। ਇਸ ਤਰ੍ਹਾਂ ਜਦੋਂ ਭਾਈ ਫਰੰਦਾ ਜੀ ਬੋਲੇ, ਆਨਿਓ ਸੁਭਾਗ ਰਬਾਬੇ ਅਨੂਪਾ। ਪਤਾ ਨਹੀਂ ਕਿਹੜੇ ਪਾਸਿਓਂ ਥੋੜਾ ਜਿਹਾ ਪਾਸਾ ਜਿਹਾ ਵਟਾਇਆ, ਰਬਾਬ ਕੱਢ ਕੇ ਲਿਆ ਕੇ ਭਾਈ ਮਰਦਾਨੇ ਕੋਲ ਹਾਜ਼ਰ ਕਰ ਦਿੱਤੀ। ਦੋਹਰਾ ਔਰ ਅਚਰਜੋਏ ਹਰਖ ਕਰ। ਮਰਦਾਨੇ ਤੈਂ ਕਾਲ। ਭਾਈ ਮਰਦਾਨਾ ਜੀ ਵੇਖ ਕੇ ਅਸਚਰਜ ਹੋ ਗਏ, ਹੈਰਾਨ ਹੋ ਗਏ। ਕਿਤ ਤੇ ਲੀਨ ਨਿਕਾਸ ਇਹ ਨੈ ਜਾਨੀ ਤੈਂ ਚਾਲ। ਹੈਰਾਨ ਹੋ ਗਏ ਵੀ ਇਹ ਤਾਂ ਹੁਣੇ ਮੇਰੇ ਕੋਲ ਖਾਲੀ ਹੱਥ ਖੜਾ ਸੀ, ਪਰ ਇਹ ਥੋੜਾ ਜਿਹਾ ਜਾ ਕੇ ਮੂੰਹ ਜਾ ਵਟਾ ਕੇ ਇੱਧਰ ਆਇਆ ਤੇ ਰਬਾਬ ਕਿੱਥੋਂ ਕੱਢ ਲਿਆ ਹੈ। ਵੀ ਕੋਈ ਕੱਪੜਾ ਨਹੀਂ ਜਿਹਦੇ ਵਿੱਚ ਇਹਨੇ ਲੁਕੋਈ ਸੀ, ਸਰੀਰ ਖਾਲੀ ਸੀ। ਅਚਾਨਕ ਰਬਾਬ ਕਿੱਥੋਂ ਪ੍ਰਗਟ ਕਰ ਲਈ ਇਹਨੇ, ਕਿੱਥੋਂ ਕੱਢ ਕੇ ਲੈ ਆਇਆ ਰਬਾਬ। ਭਾਈ ਮਰਦਾਨਾ ਜੀ ਇੱਕਦਮ ਹੈਰਾਨ ਹੋਏ ਵੇਖ ਕੇ। ਦੁਵਿਆ ਚੰਦ
ਅਦਭੁਤ ਦੇਖਤ ਹੀ ਬਿਸਮਾਦਿਓ। ਇਹ ਅਦਭੁਤ ਕੌਤਕ ਵੇਖ ਕੇ ਭਾਈ ਮਰਦਾਨਾ ਜੀ ਹੈਰਾਨ ਹੋਏ। ਕਯੋ ਮੋਲ ਇਹ ਜੋ। ਕਹਿਣ ਲੱਗੇ, ਹਾਂ ਭਾਈ ਫਰੰਦਾ ਜੀ, ਧੰਨਵਾਦ, ਤੁਸੀਂ ਆ ਗਏ ਹੋ। ਦੱਸੋ ਇਹਦਾ ਮੁੱਲ ਕੀ ਹੈ? ਮੈਂ ਇਹਦਾ ਮੁੱਲ ਦੇਣਾ ਤੁਹਾਨੂੰ, ਇਹਦਾ ਮੁੱਲ ਦੱਸ ਦਿਓ। ਇਸ ਕੀ ਸਮ ਕੋ ਔਰ ਨਾ ਪੇਖਿਓ। ਇਹ ਰਬਾਬ ਬੜੇ ਕਮਾਲ ਦੀ ਹੈ ਭਾਈ ਫਰੰਦਾ ਜੀ। ਰਬਾਬਾਂ ਮੈਂ ਬਹੁਤ ਵੇਖ ਆਇਆ, ਪਰ ਏਦਾਂ ਦੀ ਰਬਾਬ ਨਹੀਂ ਮੈਂ ਕਦੇ ਵੇਖੀ। ਲਿਓ ਮੋਲ ਕੈਸੋ। ਦੱਸੋ ਇਹਦਾ ਮੁੱਲ ਕੀ ਲੈਣਾ ਹੈ ਤੁਸੀਂ? ਨਹੀਂ ਮੋਲ ਇਸ ਕੋ ਤੁਮ ਪਾਈ। ਭਾਈ ਫਰੰਦਾ ਜੀ ਅੱਗੋਂ ਬੋਲੇ, ਕਹਿੰਦੇ ਭਾਈ ਮਰਦਾਨਾ ਜੀ, ਇਹਦਾ ਮੁੱਲ ਤੁਹਾਡੇ ਕੋਲ ਨਹੀਂ ਹੈ, ਇਹਦਾ ਮੁੱਲ ਤੁਹਾਡੇ ਪਾਸ ਨਹੀਂ ਹੈ। ਐਸੇ ਕਹਿਤ ਫਿਰੰਦਾ। ਤਾਂ ਭਾਈ ਫਰੰਦੇ ਨੇ ਜਵਾਬ ਦਿੱਤਾ, ਪੁਨ ਹਮ ਨੇ ਲੈਨੋ ਪੀ ਨਾਈ। ਭਾਈ ਮਰਦਾਨਾ ਜੀ ਕਹਿੰਦੇ, ਫਿਰ ਜੇ ਮੁੱਲ ਨਹੀਂ ਲੈਣਾ ਤੇ ਫਿਰ ਮੈਂ ਰਬਾਬ ਵੀ ਨਹੀਂ ਲੈਣੀ, ਕਿਉਂਕਿ ਜੇ ਤਾਂ ਫ੍ਰੀ ਚ ਦੇ ਦਿੱਤੀ ਤੇ ਮੇਰੇ ਮਾਲਕ ਨੇ ਮੈਨੂੰ ਕਹਿਣਾ ਵੀ ਤੂੰ ਪੈਸੇ ਦੇ ਕੇ ਕਿਉਂ ਨਹੀਂ ਲਿਆਇਆ। ਉਹਨਾਂ ਮੈਨੂੰ ਫੇਰ ਭੇਜਣਾ ਤੇਰੇ ਕੋਲ, ਤੂੰ ਫਿਰ ਪੈਸੇ ਨਹੀਂ ਲੈਣੇ, ਮੈਂ ਫਿਰ ਜਾਵਾਂਗਾ। ਮੈਂ ਤਾਂ ਇਹ ਫਤਿਹ ਦਾ ਗੇੜਾ ਲਾਣ ਆਇਆ, ਤੇ ਕਿਰਪਾ ਕਰਕੇ ਜੇ ਤੁਸੀਂ ਪੈਸੇ ਨਹੀਂ ਲੈਣੇ ਤੇ ਫਿਰ ਮੈਂ ਰਬਾਬ ਵੀ ਨਹੀਂ ਲੈਣੀ। ਸ਼੍ਰੀ ਅਵਤਾਰ ਮੁਕੰਦਾ। ਕਿਉਂਕਿ ਮੇਰੇ ਸਾਹਿਬ ਅਵਤਾਰੀ ਪੁਰਸ਼ ਹਨ। ਮਰਦਾਨਾ ਮਨ ਹੋਏ ਹਿਰਾਨਾ। ਉਹ ਕਹਿਣ ਲੱਗਾ, ਨਹੀਂ ਭਾਈ, ਇਹਦਾ ਮੁੱਲ ਹੈ ਹੀ ਨਹੀਂ, ਕਿਉਂਕਿ ਇਹ ਰਬਾਬ ਮੇਰੇ ਸਾਹਿਬ ਦੀ ਸਿਫਤ ਵਿੱਚ ਵੱਜਦੀ ਹੈ ਤੇ ਉਹਨਾਂ ਦੀ ਹੈ। ਮੈਂ ਤਾਂ ਕੇਵਲ ਲੈ ਕੇ ਹਾਜ਼ਰ ਹੋਇਆ। ਭਾਈ ਮਰਦਾਨਾ ਜੀ ਸੁਣ ਕੇ ਹੈਰਾਨ ਹੋਏ। ਪੂਜਤ ਤੈ ਪ੍ਰਤ ਐਸੇ। ਪੁੱਛਦੇ ਨੇ ਹੈਰਾਨੀ ਦੇ ਨਾਲ, ਏ ਰਬਾਬ ਤੁਮ ਕਿਤ ਬਿਦ ਦੀਨੋ। ਕਹਿਣ ਲੱਗੇ, ਭਾਈ ਫਰੰਦਾ ਜੀ, ਇਹ ਰਬਾਬ ਤੁਸੀਂ ਕਿਵੇਂ ਦੇ ਰਹੇ ਹੋ? ਮੋਲ ਨਾ ਲੈ ਹੋ ਕੈਸੇ। ਤੁਸੀਂ ਕਿਵੇਂ ਇਹਦਾ ਮੁੱਲ ਨਹੀਂ ਲੈਂਦੇ? ਸਭ ਬਿਰਤਾਂਤ ਪਨੀਜੇ ਆਪਣਾ। ਤੁਸੀਂ ਆਪਣਾ ਸਾਰਾ ਬਿਰਤਾਂਤ ਦੱਸੋ ਵੀ ਤੁਸੀਂ ਕੌਣ ਹੋ। ਇਹ ਰਬਾਬ ਦਾ ਮੁੱਲ ਤੁਸੀਂ ਕਿਉਂ ਨਹੀਂ ਲੈਂਦੇ? ਕਿਉਂ ਇਸੇ ਤਰ੍ਹਾਂ ਦੇਣਾ ਚਾਹੁੰਦੇ ਹੋ? ਹੋ ਸੰਸੇ ਹਮਰਾ। ਮੇਰੇ ਮਨ ਦਾ ਸੰਦੇਹ ਹੈ, ਕਿਰਪਾ ਕਰਕੇ ਦੂਰ ਕਰੋ। ਸ਼ੁਭ ਸੁਭਾਏ ਸ਼ੁਭ ਬੇਕ ਮధుਰ ਬਚ। ਮਹਾਰਾਜ ਜੀ, ਤੁਹਾਡਾ ਸੁਭਾਅ ਬੜਾ ਸ਼ੁਭ ਹੈ, ਤੁਹਾਡਾ ਬੇਖ ਬੜਾ ਸ਼ੁਭ ਹੈ, ਬੋਲੀ ਤੁਹਾਡੀ ਬੜੀ ਮਿੱਠੀ ਹੈ। ਭਾਈ ਫਰੰਦਾ ਜੀ, ਮੈਨੂੰ ਦੱਸੋ ਆਪਣੇ ਬਾਰੇ। ਭੇਦ ਨ ਜਾਣਿਓ ਤੁਮਰਾ। ਮੈਂ ਤੁਹਾਡਾ ਭੇਦ ਨਹੀਂ ਜਾਣਿਆ। ਭਨਤ ਫਿਰੰਦਾ ਮ੍ਰਿਤ ਮੰਡਲ ਕੋ। ਭਾਈ ਸਾਹਿਬ ਭਾਈ ਫਰੰਦਾ ਜੀ ਅੱਗੋਂ ਬੋਲੇ, ਕਹਿਣ ਲੱਗੇ, ਮਰਦਾਨਾ ਜੀ, ਇਹ ਜਿਹੜਾ ਮਾਤ ਲੋਕ ਹੈ, ਇਹ ਰਬਾਬ ਨੇ ਲਖੀਏ। ਇਹ ਰਬਾਬ ਇਸ ਮਾਤ ਲੋਕ ਦੀ ਧਰਤੀ ਤੇ ਨਹੀਂ ਬਣੀ, ਇੱਥੋਂ ਦੀ ਨਹੀਂ ਹੈ। ਬਸ ਇਹ ਸਮਝ ਲੈ ਕਿ ਇਹ ਜਿਹੜੀ ਰਬਾਬ ਹੈ, ਇਸ ਮ੍ਰਿਤ ਮੰਡਲ ਦੀ ਮਾਤ ਲੋਕ ਦੀ ਨਹੀਂ ਹੈ। ਅਨੰਤ ਅਗਰ ਸੋ ਨਹੀਂ ਵਜਾਵੋ। ਇਹਦੀ ਭੇਟਾ ਇਹ ਹੈ, ਇਹਦਾ ਮੁੱਲ ਇਹ ਆ ਭਾਈ ਮਰਦਾਨਿਆ, ਕਿ ਇਹ ਰਬਾਬ ਇਸ ਮਾਤ ਲੋਕ ਦੀ ਨਹੀਂ ਬਣੀ ਹੋਈ, ਤੇ ਇਹਦਾ ਮੁੱਲ ਇਹ ਹੈ ਵੀ ਇਹ ਰਬਾਬ ਤੂੰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਦੂਜੇ ਅੱਗੇ ਨਾ ਵਜਾਈ। ਸਤਿ ਸ੍ਰੀ ਅਕਾਲ। ਇਹ ਰਬਾਬ ਕੇਵਲ ਜਗਤ ਗੁਰੂ ਬਾਬਾ ਜੀ ਦੇ ਸਨਮੁਖ ਵੱਜੇਗੀ, ਉਹਨਾਂ ਦੇ ਸਨਮੁਖ ਵੱਜ ਕੇ ਉਹਨਾਂ ਦੀਆਂ ਸਿਫਤਾਂ ਕਰੇਗੀ। ਇਹ ਰਬਾਬ ਕਿਸੇ ਹੋਰ ਦੇ ਅੱਗੇ ਨਾ ਵਜਾਈ। ਸ਼੍ਰੀ ਨਾਨਕ ਜੈ ਪਿਖੀਏ। ਜਿੱਥੇ ਤੂੰ ਗੁਰੂ ਨਾਨਕ ਸਾਹਿਬ ਨੂੰ ਵੇਖੇਗਾ, ਤਹਾਂ ਬਜਾਵੋ ਚੱਲ ਮਰਦਾਨਾ। ਚੱਲ ਮਰਦਾਨਿਆ, ਚੱਲ, ਮੈਂ ਤੇਰੇ ਨਾਲ ਚੱਲਦਾ, ਤੇ ਉੱਥੇ ਚੱਲ ਕੇ ਰਬਾਬ ਵਜਾਈ। ਸੰਗ ਚਲੋ ਮੈਂ ਤੇਰੇ ਨਾਲ ਚੱਲ ਕੇ ਸਾਹਿਬ ਦੇ ਦਰਸ਼ਨ ਕਰਾਂਗਾ। ਪਾਦ ਪਦਮ ਕੋ ਦਰਸ਼ਨ ਕਰੋ। ਉਹਨਾਂ ਦੇ ਪਵਿੱਤਰ ਚਰਨ ਕਮਲਾਂ ਦੇ ਦੀਦਾਰ ਪਰਸਾਂਗਾ। ਹਿਰਦੇ ਲਾਲਸਾ ਮੇਰੇ ਮਨ ਦੀ ਵੀ ਇਹ ਲਾਲਸਾ ਹੈ, ਇੱਛਾ ਹੈ। ਜੁਗਲ ਚਲੇ ਔਰ ਹਰਕ ਬਿਸਾਲਾ। ਭਾਈ ਮਰਦਾਨਾ ਜੀ ਕਹਿੰਦੇ, ਆਓ ਮਹਾਰਾਜ ਜੀ, ਆਇਆਂ ਨੂੰ ਚੱਲਦੇ ਆ। ਦੋਵੇਂ ਬੜੀ ਖੁਸ਼ੀ ਚੱਲ ਪਏ। ਪਹੁੰਚੇ ਜਾਂ ਕਿਰਪਾਲਾ। ਜਿੱਥੇ ਪਰਮ ਕਿਰਪਾਲੂ ਦਿਆਲੂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ, ਉੱਥੇ ਆਏ। ਪਦ ਅਰਬਿੰਦ ਆਨੰਦ ਕੰਦ ਕੇ। ਮਹਾਰਾਜ ਜੀ ਦੇ ਸੋਹਣੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਆ ਕੇ
ਪਰਸੇ ਧਰ ਕਰ ਭਾਲਾ। ਸੀਸ ਧਰ ਕੇ ਇਹਨਾਂ ਨੇ ਮਹਾਰਾਜ ਜੀ ਦੇ ਚਰਨ ਸਪਰਸ਼ੇ ਹਨ। ਭਾਈ ਫਰੰਦੇ ਤੇ ਭਾਈ ਮਰਦਾਨਾ ਜੀ ਦੋਨਾਂ ਨੇ। ਨੌਵੇਂ ਦਿਨ ਆਇਓ ਮਰਦਾਨਾ। ਭਾਈ ਮਰਦਾਨਾ ਜੀ 9ਵੇਂ ਦਿਨ ਪਰਤੇ ਨੇ ਵਾਪਸ ਸਤਿਗੁਰਾਂ ਦੇ ਕੋਲ। ਕਰਿਓ ਰਬਾਬੇ ਅਗਾਰੀ। ਰਬਾਬ ਲਿਆ ਕੇ ਸਤਿਗੁਰਾਂ ਦੇ ਸਨਮੁਖ ਭੇਟ ਕੀਤੀ ਰੱਖੀ ਹੈ। ਕਮਲ ਬਦਨ ਤੇ ਬਚ ਮਕਰੰਦਾ। ਕਮਲ ਜੈਸੇ ਸੋਹਣੇ ਮੁਖ ਮੰਡਲ ਤੋਂ ਮਕਰੰਦ ਜੈਸੇ ਅੰਮ੍ਰਿਤ ਬੋਲ ਸਾਹਿਬ ਜੀ ਬੋਲੇ। ਬੋਲੇ ਸ਼੍ਰੀ ਦੰਪਾਰੀ। ਦੰਭ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ। ਬਹੁਤੀ ਬਿਲਮ ਲਗਾਈ ਤੇਵਾ। ਮਹਾਰਾਜ ਕਹਿੰਦੇ ਮਰਦਾਨਿਆਂ ਬੜੇ ਦਿਨ ਲਾ ਆਇਆ, ਬੜੀ ਦੇਰੀ ਲਾ ਆਇਆ। ਨੇੜੇ ਤੇ ਨਗਰ ਸੀ ਭੈਰੋਆਣਾ, ਤੂੰ 9ਵੇਂ ਦਿਨ ਵਾਪਸ ਪਰਤਿਆ। ਭਈ ਬਾਤ ਕੋ ਤੈਸੇ। ਕੀ ਹੋਇਆ ਉੱਥੇ, ਕੀ ਬਣਿਆ ਹੈ? ਪ੍ਰਭ ਜੀ ਭੇਵ ਨ ਜਾਣਿਓ ਜਾਈ। ਭਾਈ ਮਰਦਾਨਾ ਜੀ ਕਹਿੰਦੇ ਪ੍ਰਭੂ ਜੀ ਤੁਹਾਡੀ ਖੇਡ ਤੁਸੀਂ ਜਾਣੋ, ਮੈਨੂੰ ਨਹੀਂ ਕੁਝ ਪਤਾ ਲੱਗਾ। ਮੈਨੂੰ ਜੇ ਨਹੀਂ ਕੁਝ ਪਤਾ ਲੱਗਾ, ਕੁਝ ਸਮਝ ਨਹੀਂ ਆਈ। ਕਹੋ ਬਚਨ ਮੈਂ ਕੈਸੇ। ਕੁਝ ਪਤਾ ਹੋਵੇ ਤੇ ਦੱਸਾਂ ਮਹਾਰਾਜ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਈ ਵੀ ਵਰਤਿਆ ਕੀ ਹੈ, ਖੇਡ ਕੀ ਹੈ। ਕੁਝ ਪਤਾ ਹੋਵੇ ਤੇ ਤੁਹਾਨੂੰ ਦੱਸਾਂ। ਆਪ ਖੁਦਾਏ ਧਰਤੇ ਅਵਤਰਿਓ। ਤੁਸੀਂ ਆਪ ਹੀ ਖੁਦਾ ਹੋ, ਇਸ ਧਰਤੀ ਤੇ ਅਵਤਾਰ ਧਾਰ ਕੇ ਆਏ ਹੋ। ਅਚਰਜ ਹੇਰਤ ਚਰਿਤਾ। ਤੁਹਾਡੇ ਚਰਿਤ, ਤੁਹਾਡੇ ਕੌਤਕ ਅਸਚਰਜ ਨੇ ਸਤਿਗੁਰੂ ਜੀ। ਗਇਓ ਗ੍ਰਾਮ ਮੈਂ ਤੁਮ ਜੋ ਬਤਾਇਓ। ਜਿਹੜਾ ਪਿੰਡ ਤੁਸੀਂ ਦੱਸਿਆ ਸੀ ਮੈਂ ਉੱਥੇ ਗਿਆ ਸੀ। ਭਇਓ ਬਿਆਕੁਲ ਫਿਰਤਾ। ਮੈਂ ਫਿਰਦਾ ਫਿਰਦਾ ਉੱਥੇ ਵਿਆਕੁਲ ਹੋ ਗਿਆ। ਜੁਗ ਬਾਸਰ ਮੈਂ ਗ੍ਰਾਮ ਖੋਜ ਕੇ। 2 ਦਿਨ ਮੈਂ ਉਸ ਪਿੰਡ ਦੇ ਵਿੱਚ ਭਾਲ ਕਰਦਾ ਰਿਹਾ। ਹਟਿਆਵਨ ਕੋ ਤਿਆਰੂ। ਫਿਰ ਵਾਪਸ ਜਦੋਂ ਆਉਣ ਨੂੰ ਤਿਆਰ ਹੋਇਆ, ਆਏ ਸੰਤ ਇਹ ਸੰਗ ਜੋ ਮੇਰੇ। ਆ ਸੰਤ ਜੀ ਆਏ ਮੇਰੇ ਨਾਲ, ਇਹ ਤੁਹਾਡੇ ਇਹ ਮਿਲੇ ਫਿਰ ਉੱਥੇ ਮੈਨੂੰ ਮਹਾਰਾਜ ਜੀ। ਦੀਨ ਰਬਾਬੇ ਚਾਰੂ। ਇਹ ਸੋਹਣੀ ਰਬਾਬ ਮੈਨੂੰ ਇਹਨਾਂ ਨੇ ਦਿੱਤੀ ਹੈ। 3 ਦਿਵਸ ਮੈਂ ਪਹੁੰਚਿਓ ਜਾਈ। 3 ਦਿਨ ਮੈਨੂੰ ਉੱਥੇ ਜਾਣ ਤੇ ਲੱਗੇ ਐ। 3 ਦਿਵਸ ਤੈਂ ਬੀਤੇ। 3 ਦਿਨਾਂ ਬਾਅਦ ਚਲਦਿਆਂ ਮੈਂ ਵਾਪਸ ਆਇਆ ਹਾਂ। 3 ਦਿਵਸ ਮੈਂ ਮੁਰ ਕਰ ਆਇਓ। 3 ਦਿਨ ਉੱਥੇ ਰਿਹਾ ਏਦਾਂ ਮਹਾਰਾਜ ਜੀ, 9 ਦਿਨ ਬੀਤ ਗਏ ਨੇ। ਹੱਥ ਬੰਦ ਕੈ ਬਚਨ ਫਿਰੰਦਾ। ਲਾਗੇ ਭਾਈ ਫਰੰਦਾ ਜੀ ਖੜੇ ਹੱਥ ਜੋੜ ਕੇ ਕਹਿਣ ਲੱਗੇ, ਆਨੰਦ ਕੰਦ ਸੁਨੀਜੇ। ਇਹ ਆਨੰਦ ਦੇ ਮੂਲ ਸਤਿਗੁਰੂ ਜੀ ਸੁਣੋ। ਹੁਤੋ ਪੁਚਾਵਨ ਇਹ ਰਬਾਬ ਬਰ। ਮਹਾਰਾਜ ਮੇਰੀ ਡਿਊਟੀ ਲੱਗੀ ਸੀ ਰਬਾਬ ਤੁਹਾਡੇ ਤੱਕ ਪਹੁੰਚਾਉਣ ਦੀ। ਮਹਾਰਾਜ ਇਹ ਰਬਾਬ ਮੈਂ ਆਪ ਜੀ ਤੱਕ ਪਹੁੰਚਦੀ ਕਰ ਦਿੱਤੀ ਹੈ। ਕਿਰਪਾ ਸਿੰਧ ਸੋ ਲੀਜੈ। ਇਹ ਕਿਰਪਾ ਸਿੰਧ ਆਪਣੀ ਅਮਾਨਤ ਆਪ ਜੀ ਸਾਂਭ ਲਵੋ। ਦਰਸ਼ਨ ਕੀ ਲਾਲਸ ਥੀ ਮੁਝ ਕੋ। ਮੇਰੇ ਮਨ 'ਚ ਤੁਹਾਡੇ ਦਰਸ਼ਨਾਂ ਦੀ ਲਾਲਸਾ ਸੀ। ਹਰਥ ਸਰਸ ਦਰਸਾਇਓ। ਆਪ ਜੀ ਨੇ ਖੁਸ਼ੀ ਸਹਿਤ ਦਰਸ਼ਨ ਦਿੱਤੇ ਹਨ। ਸਭ ਵਿਦ ਜਾਨੋ ਅੰਤਰਜਾਮੀ। ਇਹ ਅੰਤਰਜਾਮੀ ਸਾਹਿਬ ਜੀ ਤੁਸੀਂ ਸਭ ਕੁਝ ਜਾਣਦੇ ਹੋ। ਇਹ ਵਿਦ ਕਹਿਤ ਸਿਧਾਇਓ। ਇਦਾਂ ਕਹਿ ਕੇ ਭਾਈ ਫਰੰਦਾ ਜੀ ਉੱਥੋਂ ਵਾਪਸ ਗਏ। ਵਿਦਾ ਕਰਨ ਗਵਨਿਓ ਮਰਦਾਨਾ। ਮਰਦਾਨਾ ਜੀ ਕਹਿੰਦੇ ਚਲੋ ਭਾਈ ਸਾਹਿਬ ਮੈਂ ਤੁਹਾਨੂੰ ਅੱਗੇ ਤੱਕ ਛੱਡ ਆਉਣਾ। ਭਾਈ ਮਰਦਾਨਾ ਜੀ ਭਾਈ ਫਰੰਦਾ ਜੀ ਨੂੰ ਅੱਗੇ ਤੱਕ ਵਿਦਾ ਕਰਨ ਗਏ। ਪਇਓ ਅਦ੍ਰਿਸ਼ੰਗ ਸੋ। ਥੋੜਾ ਜਿਹਾ ਅੱਗੇ ਵਿਦਾ ਕੀਤਾ, ਥੋੜਾ ਜਿਹਾ ਉਹ ਚੱਲ ਕੇ ਗਏ। ਭਾਈ ਫਰੰਦਾ ਜੀ ਗਏ। ਮਰਦਾਨਾ ਜੀ ਕੀ ਵੇਖਦੇ ਵੀ ਭਾਈ ਫਰੰਦਾ ਜੀ ਵੇਖਦਿਆਂ ਵੇਖਦਿਆਂ ਅਦ੍ਰਿਸ਼ ਹੋ ਗਏ, ਅਲੋਪ ਹੋ ਗਏ, ਨਜ਼ਰ ਨਹੀਂ ਆਏ। ਕਿਤ ਕੋ ਗਇਓ ਨ ਜਾਣਿਓ ਤੈਂ ਛਿਨ। ਨਹੀਂ ਸਮਝ ਆਈ ਵੀ ਕਿੱਧਰ ਚਲੇ ਗਏ। ਇੱਕਦਮ ਹੈਰਾਨ ਹੋ ਗਏ ਭਾਈ ਮਰਦਾਨਾ ਜੀ। ਹੇਰਤ ਬਿਸਮੈ ਹੋ। ਬੜੇ ਹੈਰਾਨ ਹੋਏ, ਹਿਰਦੇ 'ਚ ਵੀ ਆਹ ਕੀ ਹੋਇਆ। ਹਿਰਦੇ ਵਿਚਾਰ ਕਰਤ ਭਾਬੋ ਬਿਦ। ਮਨ ਹੀ ਮਨ ਵਿਚਾਰ ਕਰਦੇ ਭਾਈ ਮਰਦਾਨਾ ਜੀ। ਪਇਓ ਨ ਨੈਣ ਬਈਨਾ। ਅੱਖਾਂ ਮਲ ਕੇ ਵੇਖਦੇ ਕਿਤੇ ਮੈਨੂੰ ਦਿਸਣਾ ਤਾਂ ਨਹੀਂ ਬੰਦ ਹੋ ਗਿਆ ਵੀ ਉਹ ਬੰਦਾ ਅਚਾਨਕ ਕਿੱਥੇ ਚਲਾ ਗਿਆ। ਮੁਰ ਟਿਗ ਤੇ ਦੁਰ ਛਰਸਾ ਕਰਗਾ। ਤੇਰੇ ਕੋਲੋਂ ਲੁਕ ਕੇ ਛਲ ਜਿਹਾ ਹੀ ਕਰ ਗਿਆ ਹੈ। ਭੇਦ ਨ ਤੈਂ ਕੋ ਚੀਨਾ। ਉਹਦਾ ਭੇਦ ਸਮਝ ਨਹੀਂ ਆਇਆ। ਆਇਓ ਜਬ ਬੂਝਿਓ ਸ਼੍ਰੀ ਨਾਨਕ। ਭਾਈ ਮਰਦਾਨਾ ਜੀ ਵਾਪਸ ਆਏ ਤੇ ਫਿਰ ਸਤਿਗੁਰਾਂ ਨੂੰ ਪੁੱਛ ਰਹੇ ਐ, ਮਹਾਰਾਜ ਇਹ ਕੌਣ ਸੀ, ਕਿੱਥੋਂ ਆਇਆ ਸੀ? ਰਬਾਬ ਦੇ ਪੈਸੇ ਨਹੀਂ ਲੈ ਕੇ ਗਿਆ ਮਹਾਰਾਜ। ਸਤਿਗੁਰੂ ਜੀ ਭਾਈ ਮਰਦਾਨਾ ਜੀ ਨਾਲ ਗੋਸ਼ਟ ਕਰ ਰਹੇ ਨੇ, ਵਿਚਾਰ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਮਰਦਾਨਿਆਂ ਹੁਣ ਇਹ ਰਬਾਬ ਛੇੜ। ਇਹ ਰਬਾਬ ਦੀ ਆਵਾਜ਼ ਨਾਲ ਨਿਰੰਕਾਰ ਦੇ ਘਰੋਂ ਬਾਣੀ ਆਵੇਗੀ।
ਉਹ ਬਾਣੀ ਕਲਯੁਗ ਦੇ ਜੀਵਾਂ ਦੇ ਤਪਦੇ ਬਲਦੇ ਸੜਦੇ ਹਿਰਦਿਆਂ ਨੂੰ ਠੰਡਾ ਠਾਰ ਕਰੇਗੀ। ਸਤਿ ਸ੍ਰੀ ਅਕਾਲ। ਜਿਵੇਂ ਉਹ ਰਬਾਬ ਸਾਹਿਬ ਦੇ ਚਰਨਾਂ 'ਚ ਵੱਜ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਸਾਹਿਬ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ